ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 63 ਤੇ ਹੇਠੋਂ 6ਵੀਂ ਪੰਕਤੀ ਹੈ। ਅੰਗ ਨੰਬਰ 63 ਹੇਠੋਂ 6ਵੀਂ ਪੰਕਤੀ 2 ਨੰਬਰ ਤੋਂ ਬਾਅਦ। ਦਰ ਘਰ ਮਹਿਲਾ ਸੋਹਣੇ, ਇਹਨੂੰ ਮਹਿਲਾ ਪੜ੍ਹਨਾ, ਮਹਿਲਾ ਨਹੀਂ ਪੜ੍ਹ ਦੇਣਾ। ਦਰ ਘਰ ਮਹਿਲਾ ਸੋਹਣੇ, ਪੱਕੇ ਕੋਟ ਹਜ਼ਾਰ, ਹਜ਼ਾਰ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ। ਹਸਤੀ ਘੋੜੇ ਪਾਖਰੇ, ਲਸ਼ਕਰ ਸੱਸੇ ਦੇ ਪੈਰ 'ਚ ਬਿੰਦੀ, ਲਸ਼ਕਰ ਲੱਖ ਅਪਾਰ, ਲੱਖ ਲੱਲੇ ਤੇ ਅਧਿਕ ਲਾ ਕੇ ਬੋਲਣਾ। ਕਿਸ ਹੀ ਨਾਲ ਨਾ ਚੱਲਿਆ, ਖੱਪ ਖੱਪ ਮੂਏ ਅਸਾਰ। ਕਹਿੰਦੇ ਜੇ ਕਿਸੇ ਕੋਲੇ ਬਹੁਤ ਸੋਹਣੇ ਦਰਵਾਜ਼ੇ ਹੋਣ, ਬਹੁਤ ਸੋਹਣੇ ਘਰ ਹੋਣ, ਬਹੁਤ ਸੋਹਣੇ ਮਹਿਲ ਹੋਣ, ਹਜ਼ਾਰਾਂ ਪੱਕੇ ਕਿਲੇ ਹੋਣ, ਕੋਟ ਬਣੇ ਕਿਲੇ। ਇੱਕ ਕੋਟ ਹੁੰਦਾ ਟੈਂਕੇ ਨੂੰ ਸਿਹਾਰੀ ਨਾਲ, ਉਹਦਾ ਅਰਥ ਹੁੰਦਾ ਕਰੋੜ। ਜੇ ਸਿਹਾਰੀ ਨਹੀਂ ਲੱਗੀ ਤਾਂ ਕੋਟ ਦਾ ਮਤਲਬ ਕਿਲੇ। ਟੈਂਕੇ ਨੂੰ ਔਂਕੜ ਨਹੀਂ ਲੱਗਾ, ਕਿਲੇ ਬਹੁਵਚਨ ਹੈ ਕਿਉਂਕਿ ਨਾਲ ਹਜ਼ਾਰ ਲੱਗੇ। ਜੇ ਕਹਿੰਦੇ ਬਹੁਤ ਸੋਹਣੇ ਘਰ ਹੋਣ, ਬਹੁਤ ਸੋਹਣੇ ਦਰਵਾਜ਼ੇ ਹੋਣ, ਬਹੁਤ ਸੋਹਣੇ ਮਹਿਲ ਹੋਣ ਅਤੇ ਹਜ਼ਾਰਾਂ ਹੀ ਪੱਕੇ ਕੋਲ ਕਿਲੇ ਹੋਣ। ਹਸਤੀ ਮੈਨੇ ਹਾਥੀ, ਘੋੜੇ, ਪਾਖਰੇ ਹੁੰਦਾ ਕਾਠੀਆਂ, ਜਿਹੜੇ ਘੋੜੇ 'ਤੇ ਕਾਠੀਆਂ ਹੁੰਦੀਆਂ ਉਹਨੂੰ ਪਾਖਰੇ ਕਹਿੰਦੇ ਨੇ। ਲਸ਼ਕਰ ਮੈਨੇ ਫੌਜ, ਜੇ ਕਦੇ ਕਿਸੇ ਕੋਲੇ ਲੱਖਾਂ ਹਾਥੀ ਹੋਣ, ਲੱਖਾਂ ਘੋੜੇ ਹੋਣ, ਲੱਖਾਂ ਹੀ ਕਾਠੀਆਂ ਹੋਣ, ਲੱਖਾਂ ਦੀ ਫੌਜ ਕੋਲ ਹੋਵੇ, ਕਿਸ ਹੀ ਨਾਲ ਨਾ ਚੱਲਿਆ। ਇਹਨਾਂ 'ਚ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਣੀ। ਖੱਪ ਖੱਪ ਮੂਏ ਅਸਾਰ, ਅਸਾਰ ਦਾ ਮੂਰਖ। ਜਿਹੜੇ ਮੂਰਖ ਨੇ ਇਹਨਾਂ ਚੀਜ਼ਾਂ ਦੇ ਮਗਰ ਹੀ ਖੱਪ ਖੱਪ ਕੇ ਮਰ ਜਾਂਦੇ ਹਨ। ਮਨੁੱਖ ਚੀਜ਼ਾਂ ਇਕੱਠੀਆਂ ਕਰਨ 'ਤੇ ਲੱਗਾ, ਮੇਰੇ ਕੋਲ ਆਹ ਹੋਵੇ, ਮੇਰੇ ਕੋਲ ਆਹ ਹੋਵੇ, ਨਾਲ ਕੁਛ ਜਾਣਾ ਨਹੀਂ ਹੈ। ਅਸਾਰ ਹੁੰਦੇ ਜਿਹਨਾਂ ਸੋਝੀ ਨਾ ਹੋਵੇ, ਸਾਰ ਮੈਨੇ ਸੋਝੀ, ਅਸਾਰ ਜਿਹਨਾਂ ਨੂੰ ਸੋਝੀ ਨਾ ਹੋਵੇ ਮੂਰਖ ਹਨ। ਜਿਵੇਂ ਤੁਸੀਂ ਘਰ ਪਾਉਣੇ ਤਾਂ ਘਰ ਤੁਸੀਂ ਆਪਣੇ ਲਈ ਪਾਉਣਾ, ਆਪਣੇ ਬੱਚਿਆਂ ਲਈ ਨਹੀਂ ਪਾਉਣਾ। ਕਿਉਂ ਨਹੀਂ ਪਾਉਣਾ? ਕਿਉਂਕਿ ਤੁਸੀਂ ਆਪਣੇ ਬਾਪ ਦੇ ਘਰ 'ਚ ਨਹੀਂ ਰਹੇ, ਤੁਹਾਡੇ ਬੱਚੇ ਨੇ ਤੁਹਾਡੇ ਘਰ 'ਚ ਨਹੀਂ ਰਹਿਣਾ। ਸਿੱਧਾ ਹਿਸਾਬ ਹੈ। ਤੁਹਾਡਾ ਤੁਸੀਂ ਆਪ ਆਪਣੇ ਬਾਪ ਦੇ ਘਰ 'ਚ ਨਹੀਂ ਰਹੇ, ਤੁਸੀਂ ਆਪਣੇ ਘਰ ਪਾਏ ਨਾ, ਤੁਹਾਡੇ ਬੱਚੇ ਨੇ ਵੀ ਆਪਣੇ ਪਾਣੇ ਨੇ। ਬੱਚੇ ਲਈ ਘਰ ਤਾਂ ਪਾਉਣਾ ਹੈ ਜਦੋਂ ਉਹ ਪਤਾ ਲੱਗ ਗਏ ਵੀ ਉਹਨਾਂ ਨੂੰ ਪਟਿਆਲੇ ਦੇ ਵਿੱਚ ਜਾਂ ਨੇੜੇ ਤੇੜੇ ਨੌਕਰੀ ਮਿਲ ਗਈ, ਵੀ ਇੱਥੇ ਹੀ ਰਹਿਣਗੇ ਉਹ। ਫਿਰ ਉਹਨਾਂ ਲਈ ਕਮਰਾ ਪਾਉਣਾ। ਕੋਈ ਕੀ ਪਤਾ ਉਹਨੇ ਫੌਰਨ ਚਲੇ ਜਾਣਾ ਹੋਵੇ ਜਾਂ ਬਾਹਰ ਨੌਕਰੀ ਮਿਲ ਗਈ। ਜਿਹਨੂੰ ਹੁਣ ਮੋਹਾਲੀ ਨੌਕਰੀ ਮਿਲ ਗਈ ਹੈ, ਉਹਨੇ ਥੋੜ੍ਹੇ ਪਟਿਆਲੇ ਘਰ ਪਾਉਣਾ, ਉਹਨੇ ਹੈਗਾ। ਆਪਾਂ ਜਿੱਥੇ ਜਿੱਥੇ ਆਪਾਂ ਨੌਕਰੀ ਮਿਲ ਗਈ ਉੱਥੇ ਘਰ ਪਾ ਲਿਆ ਕਰੇ। ਕੋਈ ਕਿਤੋਂ ਦਾ, ਕੋਈ ਕਿਤੋਂ ਦਾ ਹੈ। ਪਰ ਮਨੁੱਖ ਨੂੰ ਗਿਆਨ ਨਹੀਂ ਹੈਗਾ, ਇਹ ਵੱਡੇ ਵੱਡੇ ਘਰ ਪਾ ਲੈਂਦਾ ਹੈ, ਫਿਰ ਉਹਨਾਂ ਲਈ ਵੇਖ ਕੇ ਝੂਰਦਾ ਰਹਿੰਦਾ। ਜਵਾਕ ਫੌਰਨ ਚਲੇ ਗਏ, ਹੁਣ ਉਹ ਘਰ ਨੂੰ ਵੇਖ ਕੇ ਝੂਰੀ ਜਾਂਦਾ ਵੀ ਹੁਣ ਇਹਦਾ ਕੀ ਬਣੇਗਾ। ਇਸ ਲਈ ਜਿਹੜਾ ਮੂਰਖ ਹੈ ਉਹ ਕਹਿੰਦੇ ਖਪਦਾ ਰਹਿੰਦਾ ਹੈ, ਖੁਆਰ ਹੁੰਦੇ ਰਹਿੰਦੇ ਨੇ, ਕਿਉਂਕਿ ਇਹ ਚੀਜ਼ਾਂ ਕਿਸੇ ਨਾਲ ਤਾਂ ਜਾਣੀਆਂ ਨਹੀਂ, ਇੱਥੇ ਹੀ ਰਹਿ ਰੂ ਜਾਣੀਆਂ। ਅਤੇ ਇਹਨਾਂ ਲਈ ਹੀ ਸਾਰੀ ਉਮਰ ਬੰਦਾ ਔਖਾ ਹੁੰਦਾ ਹੁੰਦਾ। ਉਦੋਂ ਘੋੜੇ ਸੀ, ਹੁਣ ਕਾਰਾਂ ਹੋ ਗਈਆਂ, ਬਸ ਇੰਨੇ ਸ਼ਬਦਾਂ ਦੇ ਫਰਕ ਹੈ, ਭਾਵ ਤਾਂ ਉਹੀ ਹੈ, ਆਵਾਜਾਈ ਦੇ ਸਾਧਨ। ਸੋਇਨਾ ਰੂਪਾ ਸੰਚੀਐ, ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਹੀ ਫੇਰੀਐ, ਬਿਨ ਨਾਵੇਂ ਸਿਰਕਾਲ। ਪਿੰਡ ਪੜੈ ਜੀਓ ਖੇਲ ਸੀ, ਬਦ ਫੈਲੀ ਕਿਆ ਹਾਲ। ਸੋਇਨਾ ਮੈਨੇ ਸੋਨਾ,
ਰੁਪਾ ਮੈਨੇ ਚਾਂਦੀ, ਸੰਚੀਆਂ ਦਾ ਇਕੱਠਾ ਕਰਨਾ, ਮਾਲ ਧਨ ਦੌਲਤ, ਜਾਲ ਜੰਜਾਲ, ਜਿੰਦ ਦਾ ਜੰਜਾਲ ਹੈ, ਇਹ ਝੰਜਟ ਹੈ, ਇਹ ਜਿੰਦ ਦੀ ਇੱਕ ਗੁਲਾਮੀ ਹੈ। ਸਾਡਾ ਜਿਹੜੀ ਜਿੰਦ ਹੈ ਇਸੇ ਕੰਮਾਂ 'ਚ ਫਸ ਜਾਣੀ ਹੈ। ਆਏ ਹਾਂ ਅਸੀਂ ਭਜਨ ਬੰਦਗੀ ਕਰਨ, ਆਏ ਹਾਂ ਇਹਨਾਂ ਤੋਂ ਆਜ਼ਾਦ ਹੋਣ ਲਈ, ਪਰ ਬੰਦਾ ਇਹਨਾਂ 'ਚ ਫਸ ਜਾਂਦਾ। ਇਹ ਜੰਜਾਲ ਨੇ ਸਾਰੇ। ਮਨੁੱਖ ਸੋਨਾ ਇਕੱਠਾ ਕਰਦਾ, ਰੁਪਾ ਚਾਂਦੀ ਇਕੱਠੀ ਕਰਦਾ, ਸੰਚੀਆਂ ਦੇ ਇਕੱਠਾ ਕਰਨ, ਬਹੁਤ ਮਾਲ ਅਸਬਾਬ ਇਕੱਠਾ ਕਰਦਾ ਹੈ, ਪਰ ਇਹ ਤਾਂ ਇੱਕ ਜਾਲ ਹੈ। ਜਿਵੇਂ ਮੱਛੀ ਜਾਂ ਜਾਨਵਰ ਜਾਲ 'ਚ ਫਸ ਜਾਂਦੇ ਨੇ, ਜੰਜਾਲ ਹੈ ਘਰ ਦੇ ਝੰਜਟ, ਸੰਸਾਰਕ ਝੰਜਟਾਂ ਦੇ ਜਾਲ ਵਿੱਚ ਬੰਦਾ ਫਸ ਜਾਂਦਾ ਹੈ। ਸਭ ਜੱਗ ਮੈਂ ਦੋਹੀ ਫੇਰੀਏ, ਦੋਹੀ ਹੁੰਦਾ ਢਿੰਡੋਰਾ, ਕਿਸੇ ਦਾ ਸਾਰੇ ਸੰਸਾਰ ਢਿੰਡੋਰਾ ਫਿਰ ਜਾਵੇ, ਪ੍ਰਸਿੱਧ ਹੋ ਜਾਏ ਵੀ ਬੱਲੇ 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 ਵੇ, ਬਿਨ ਨਾਮੇ ਸਰਕਾਰ। ਪਰ ਜੋ ਨਾਮ ਨਹੀਂ ਜਪਦਾ ਤੇ ਉਹਦੇ ਸਿਰ 'ਤੇ ਮੌਤ ਖੜੀ ਹੈ। ਉਹਨੂੰ ਮੌਤ ਦਾ ਹਮੇਸ਼ਾ ਡਰ ਲੱਗਾ ਰਹਿੰਦਾ, ਕਿਤੇ ਮੈਂ ਮਰ ਨਾ ਜਾਵਾਂ। ਹਾਲਾਂਕਿ ਪਤਾ ਕਿ ਹਰ ਇੱਕ ਨੇ ਮਰਨਾ ਹੈ, ਪਰ ਜਿਹੜਾ ਅਮੀਰ ਹੁੰਦਾ ਉਹ ਮੌਤ ਤੋਂ ਜ਼ਿਆਦਾ ਡਰਦਾ ਹੈ, ਉਹ ਜ਼ਿਆਦਾ ਡਰਦਾ ਹੈ। ਉਹ ਜੇ ਨਾਮ ਨਹੀਂ ਜਪਦਾ ਮਨੁੱਖ, ਅਤੇ ਭਾਵੇਂ ਉਹਦੇ ਕੋਲ ਕਿੰਨਾ ਹੀ ਕੁਛ ਹੈ, ਭਾਵੇਂ ਕਿੰਨਾ ਹੀ ਉਹਦਾ ਨਾਮ ਹੈ ਸੰਸਾਰ ਦੇ ਵਿੱਚ, ਉਹਦੇ ਸਿਰ 'ਤੇ ਮੌਤ ਦਾ ਡਰ ਖੜ੍ਹਾ ਰਹਿੰਦਾ ਹੈ। ਪਿੰਡ ਪੜ੍ਹੈ ਜੀਓ ਖੇਲ ਸੀ, ਬਦਫੈਲੀ ਕੈ ਹਾਲ। ਬਦਫੈਲੀ ਹੁੰਦਾ ਮਾੜੇ ਕੰਮਾਂ ਨਾਲ। ਕਈ ਲੋਕ ਮਾੜੇ ਕੰਮ ਕਰਦੇ ਰਹਿੰਦੇ ਨੇ, ਬਲਾਤਕਾਰੀ ਨੇ, ਲੁੱਚੇ ਲਫੰਗੇ ਹੁੰਦੇ ਨੇ। ਜਦੋਂ ਇਹ ਸਰੀਰ ਡਿੱਗ ਪਏਗਾ, ਪੜ੍ਹਿਆ ਤਾਂ ਡਿੱਗ ਪੈਣਾ, ਭਾਵ ਅਸੀਂ ਮਰ ਜਾਵਾਂਗੇ। ਜਦੋਂ ਜੇ ਜੀਓ ਖੇਲ ਸੀ, ਜਿਹੜੀ ਜਿੰਦ ਹੈ ਸਾਡੀ, ਉਹ ਆਪਣੀ ਬਾਜ਼ੀ ਖੇਡ ਕੇ ਇੱਥੋਂ ਚਲੀ ਜਾਂਦੀ ਹੈ। ਫਿਰ ਜਿਹੜੇ ਬਦਫੈਲੀ ਕਰਨ ਵਾਲੇ ਲੋਕ ਨੇ, ਉਹਨਾਂ ਦਾ ਬੁਰਾ ਹਾਲ ਹੁੰਦਾ ਹੈ। ਇਸ ਲਈ ਸਮਝਾਉਂਦੇ ਨੇ ਸਾਨੂੰ, ਪੁੱਤਾਂ ਦੇਖ ਵਿਗਸੀਏ, ਨਾਰੀ ਸੇਜ ਪਧਾਰ, ਚੋਆ ਚੰਦਨ ਲਾਈਏ, ਕਾਪੜ ਰੂਪ ਸ਼ਿੰਗਾਰ, ਖੇਹੂ ਖੇਰ ਲਾਈਏ, ਛੋੜ ਚੱਲੇ ਘਰ ਬਾਰ। ਪੁੱਤਾਂ ਦੇਖ ਵਿਗਸੀਏ, ਵਿਗਸੇ ਦੇ ਖੁਸ਼ ਹੋਣਾ, ਪੁੱਤਾਂ ਨੂੰ ਦੇਖ ਕੇ ਬੰਦਾ ਖੁਸ਼ ਹੁੰਦਾ ਹੈ। ਨਾਰੀ ਸੇਜ ਪਧਾਰ, ਪਤਨੀ ਜਿਹੜੀ ਆਪਣੇ ਪਤੀ ਨੂੰ ਮੰਜੇ 'ਤੇ ਬੈਠੇ ਨੂੰ ਦੇਖ ਕੇ ਖੁਸ਼ ਹੁੰਦੀ ਹੈ। ਚੋਆ ਚੰਦਨ ਲਾਈਏ, ਮਨੁੱਖ ਚੋਆ ਹੁੰਦਾ ਸੈਂਟ, ਸੈਂਟ ਲਾਉਂਦੇ ਨੇ, ਚੰਦਨ ਲਾਉਂਦੇ ਹੈ। ਕਾਪੜ, ਬਹੁਤ ਵਧੀਆ ਕੱਪੜੇ ਪਾਏ, ਬੜਾ ਸ਼ਿੰਗਾਰ ਕੀਤਾ, ਬੜੇ ਆਪਣੇ ਆਪ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਬੰਦਾ ਮਰਦਾ, ਖੇਹੂ ਖੇਰ ਲਾਈਏ, ਖੇਹੂ ਮਿੱਟੀ ਨੂੰ ਕਹਿੰਦੇ ਨੇ। ਖੇਹੂ ਖੇ ਜਿਹੜੀ ਮਿੱਟੀ ਹੈ, ਸਰੀਰ ਮਿੱਟੀ ਹੈ, ਸਰੀਰ ਨੂੰ ਮਿੱਟੀ ਗਿਣਿਆ ਗਿਆ ਹੈ। ਇਹ ਮਿੱਟੀ ਮਿੱਟੀ ਦੇ ਵਿੱਚ ਰਲ ਜਾਂਦੀ ਹੈ। ਛੋੜ ਚੱਲੇ ਘਰ ਬਾਰ, ਘਰ ਬਾਰ ਛੱਡ ਕੇ ਬੰਦਾ ਇੱਥੋਂ ਚਲੇ ਜਾਂਦਾ ਹੈ। ਉਹਦਾ ਸਰੀਰ ਮਿੱਟੀ ਨਾਲ ਮਿੱਟੀ ਹੋ ਜਾਂਦਾ ਹੈ। ਸੋ ਇਹ ਸਾਰਾ ਸਮਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਖੁਸ਼ ਹੁੰਦਾ ਰਹਿੰਦਾ ਹੈ, ਆਪਣੇ ਸਰੀਰ ਨੂੰ ਸਜਾਉਣ ਦੇ ਲੱਗਾ ਰਹਿੰਦਾ ਹੈ, ਨਾਮ ਜਪਦਾ ਨਹੀਂ ਹੈ। ਬਈ ਨਾਮ ਨਹੀਂ ਜਪਦਾ, ਇਹ ਕੰਮ ਕਰਦਾ ਰਹਿੰਦਾ ਹੈ। ਮਹਾਨਤਾ ਤਾਂ ਨਾਮ ਦੀ ਹੈ। ਗੁਰੂ ਮਹਾਰਾਜ ਦਾ ਇਹ ਭਾਵ ਨਹੀਂ ਕਿ ਤੁਸੀਂ ਭਾਈ ਕੋਈ ਸੈਂਟ ਨਾ ਲਾਓ, ਜਾਂ ਤੁਸੀਂ ਜਿਹੜਾ ਕਰੀਮ ਪਾਊਡਰ ਨਾ ਲਾਓ, ਜਾਂ ਤੁਸੀਂ ਕੋਈ ਚੰਗੇ ਕੱਪੜੇ ਨਾ ਪਾਓ, ਇਹ ਭਾਵ ਨਹੀਂ ਹੈ। ਉਹਨਾਂ ਦਾ ਭਾਵ ਹੈ ਕਿ ਹੇ ਇਨਸਾਨ ਤੂੰ ਇਹੋ ਜਿਹੇ ਕੰਮ ਕਰਦਾ ਰਿਹਾ, ਨਾਮ ਜਪੇ ਹੀ ਨਹੀਂ ਹੈਗਾ, ਅਤੇ ਤੇਰੀ ਫਿਰ ਕੀਮਤ ਕੀ ਪੈਣੀ ਪਰਮਾਤਮਾ ਦੇ ਦਰਬਾਰ 'ਚ ਜਾ ਕੇ। ਇਹ ਸਰੀਰ ਤੇ ਇਸੇ ਮਿੱਟੀ ਦਾ ਮਿੱਟੀ ਹੋ ਜਾਣੇ, ਅਤੇ ਜਿੰਦ ਨੂੰ ਜਾ ਕੇ ਸਾਰਾ ਹਿਸਾਬ ਕਿਤਾਬ ਦੇਣਾ ਪੈਣਾ। ਮਹਿਰ ਮਲੂਕ ਕਹਾਈਏ, ਰਾਜਾ ਰੌ ਕੇ ਖਾਨ। ਖਾਨ ਪੜ੍ਹਨਾ ਖੱਖੇ ਦੇ ਪੈਰ ਬਿੰਦੀ ਲਾ ਕੇ, ਕਿਉਂਕਿ ਫਾਰਸੀ ਦੇ ਸ਼ਬਦ ਨੇ। ਮਹਿਰ ਵੀ ਫਾਰਸੀ ਦਾ ਸ਼ਬਦ ਹੈ, ਚੌਧਰੀ ਨੂੰ ਕਹਿੰਦੇ ਫਾਰਸੀ ਮਹਿਰ।
ਮਲੂਕ ਜਿਹੜੇ ਰਾਜੇ ਹੁੰਦੇ ਉਹਨਾਂ ਨੂੰ ਮਲੂਕ ਕਹਿੰਦੇ ਨੇ। ਰਾਓ ਆਪਾਂ ਆਓ ਜੀ ਰਾਏ ਸਾਹਿਬ ਕੀ ਹਾਲ ਚਾਲ ਹੈ ਜੀ, ਇਹ ਛੋਟੇ ਰਾਜੇ ਜਿਹੜੇ ਉਹਨਾਂ ਕਹਿੰਦੇ ਨੇ। ਖਾਨ ਵੀ ਮੁਸਲਮਾਨਾਂ 'ਚ ਹੁੰਦੇ ਨੇ। ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ, ਮਨਮੁਖ ਨਾਮ ਵਿਸਾਰਿਆ ਜਿਉਂ ਡਬ ਦੱਦਾ ਕਾਨ। ਮਨਮੁਖ ਹੈ, ਆਪਣੇ ਆਪਣੇ ਚੌਧਰੀ ਕਹਾਉਂਦਾ। ਕੋਈ ਰਾਜਾ ਬਣਿਆ ਹੋਇਆ ਹੈ, ਕੋਈ ਰਾਓ ਹੈ, ਕੋਈ ਖਾਨ ਕਹਿਲਾ ਰਿਹਾ ਹੈ, ਕੋਈ ਚੌਧਰੀ ਕਹਿਲਾ ਰਿਹਾ ਹੈ। ਪਰ ਇਸ ਤਰ੍ਹਾਂ ਕਹਿਲਾਣ ਨਾਲ ਬੰਦੇ 'ਚ ਹੰਕਾਰ ਆਉਂਦਾ ਹੈ। ਜਲ ਬਲੀਏ ਅਭਿਮਾਨ, ਹੰਕਾਰ ਨਾਲ ਮਨੁੱਖ ਸੜ ਬਲ ਜਾਂਦਾ ਹੈ। ਹੰਕਾਰ ਆਪਣੇ ਆਪ 'ਚ ਮਨੁੱਖ ਨੂੰ ਸਾੜਦਾ ਹੈ। ਮਨਮੁਖ ਨਾਮ ਵਿਸਾਰਿਆ, ਜਿਹੜਾ ਮਨਮੁਖ ਹੈ ਇਹ ਨਾਮ ਨੂੰ ਵਿਸਾਰ ਦਿੰਦਾ ਹੈ, ਨਾਮ ਜਪਦਾ ਨਹੀਂ ਹੈਗਾ। ਅਤੇ ਉਹਦੇ ਕੀ ਹਾਲਤ ਹੈ? ਜਿਉਂ ਡਬ ਦੱਦਾ ਕਾਨ। ਡਬ ਹੁੰਦੇ ਜੰਗਲ ਦੀ ਅੱਗ, ਦੱਦਾ ਮੈਨੇ ਸੜਿਆ ਹੋਇਆ, ਕਾਨ ਮੈਨੇ ਕੰਨ। ਜਿਵੇਂ ਜੰਗਲ ਦੀ ਅੱਗ ਨਾਲ ਕਾਨਾ ਸੜਿਆ ਹੁੰਦਾ ਹੈ, ਜਿਹੜਾ ਦੂਜੀ ਅੱਗ ਹੈ ਉਹ ਤਾਂ ਸਾਰੇ ਕਾਨੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਜਿਹੜੀ ਜੰਗਲ ਦੀ ਅੱਗ ਹੈ ਕਾਨੇ ਨੂੰ ਬਾਹਰੋਂ ਤਾਂ ਉਸੇ ਤਰ੍ਹਾਂ ਰਹਿਣ ਦੇ ਅੰਦਰੋਂ ਸਾੜ ਦਿੰਦੇ ਸਾਰੇ। ਇਸ ਤਰ੍ਹਾਂ ਜੇ ਮਨਮੁਖ ਨੇ ਬਾਹਰੋਂ ਤਾਂ ਦੇਖਣ ਨੂੰ ਠੀਕ ਨੇ, ਅੰਦਰੋਂ ਸੜੇ ਹੋਏ ਕਾਨੇ ਦੀ ਤਰ੍ਹਾਂ ਹਨ। ਕਿਉਂ ਨੇ ਨਾਮ ਵਿਸਾਰਿਆ? ਕਿਉਂਕਿ ਇਹਨੇ ਨਾਮ ਨੂੰ ਭੁਲਾਤਾ, ਨਾਮ ਨਹੀਂ ਜਪਦੇ ਹੈਗੇ। ਸੋ ਵਾਰੀ ਵਾਰੀ ਜਦੋਂ ਆਪਾਂ ਪੜ੍ਹਦੇ ਹਾਂ ਫਿਰ ਗਿਆਨ ਹੁੰਦਾ ਹੈ ਕਿ ਨਾਮ ਤੋਂ ਬਿਨਾਂ ਜਿੰਨੇ ਵੀ ਕੰਮ ਕੀਤੇ ਜਾਣ, ਭਾਵੇਂ ਚੰਗੇ ਕੀਤੇ ਜਾਣ, ਉਹਨਾਂ ਦੀ ਵੀ ਕੀਮਤ ਨਹੀਂ ਹੈ। ਨਾ ਚੰਗੇ ਕੰਮਾਂ ਦੀ ਕੀਮਤ ਵੀ ਤਾਂ ਹੀ ਪੈਂਦੀ ਹੈ ਜੇ ਨਾਲ ਨਾਮ ਜਪਿਆ ਜਾਵੇ। ਉਹ ਤਾਂ ਨਾਮ ਦੀ ਪੁੱਛ ਹੈ। ਸੋ ਇਸ ਲਈ ਸ਼ੁਭ ਕਰਮ ਤਾਂ ਕਰਨੇ ਹੀ ਕਰਨੇ, ਨਹੀਂ ਤਾਂ ਸਾਡੀ ਜ਼ਿੰਦਗੀ ਅਸੀਂ ਖੁਆਰ ਹੁੰਦੇ ਰਹਾਂਗੇ। ਜੇ ਅਸੀਂ ਸ਼ੁਭ ਕਰਮ ਨਹੀਂ ਕਰਦੇ ਤਾਂ ਇੱਥੇ ਦੁਖੀ ਹੋਈ ਜਾਵਾਂਗੇ। ਸ਼ੁਭ ਕਰਮ ਕਰਨੇ ਨੇ, ਨਾਲ ਨਾਮ ਜਪਣਾ, ਤਾਂ ਜਾ ਕੇ ਸਾਡੀ ਕੀਮਤ ਪਰਮਾਤਮਾ ਦਰ 'ਤੇ ਪੈਣੀ। ਉੱਥੇ ਸਾਡੇ ਕੋਠੀਆਂ, ਉੱਥੇ ਸਾਡੀਆਂ ਕਾਰਾਂ, ਉੱਥੇ ਸਾਡੇ ਆਵਾਜਾਈ ਦੇ ਸਾਧਨ, ਸਾਡੇ ਕੱਪੜੇ, ਸਾਡੀ ਸੁੰਦਰਤਾ, ਸਾਡਾ ਸਰੀਰ, ਇਸ ਦੀ ਕੋਈ ਕੀਮਤ ਨਹੀਂ। ਉੱਥੇ ਕੋਈ ਮਹਾਨਤਾ ਨਹੀਂ। ਹਾਂਜੀ ਮੈਂ ਇੰਨੇ ਕਰੋੜ ਦਾ ਮਾਲਕ ਸੀ, ਜਾਂ ਮੇਰੀ ਬੜੀ ਇੰਨੀ 14 ਮੰਜ਼ਲੀ ਕੋਠੀ ਸੀ, ਜਾਂ ਮੇਰੇ ਕੋਲ ਇੰਨੇ ਘੋੜੇ ਹਾਥੀ ਸਨ, ਆਵਾਜਾਈ ਦੇ ਸਾਧਨ, ਇਹਨਾਂ ਦੀ ਕੋਈ ਉੱਥੇ ਕੀਮਤ ਨਹੀਂ ਹੈ। ਇਹ ਤਾਂ ਸਗੋਂ ਮਨੁੱਖ 'ਚ ਹੰਕਾਰ ਪੈਦਾ ਕਰਦੇ, ਮੇਰੇ ਕੋਲ ਇੰਨਾ ਕੁਛ ਹੈ। ਕਿਉਂਕਿ ਉਹ ਤਾਂ ਬਹੁਤ ਘੱਟ ਲੋਕ ਨੇ ਜਿਹਨਾਂ ਕੋਲ ਇੰਨਾ ਕੁਛ ਹੋਵੇ ਅਤੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਵੀ ਸੱਚੇ ਪਾਤਸ਼ਾਹ ਤੇਰੀ ਕਿੰਨੀ ਕੀਮਤ, ਤੂੰ ਇੰਨਾ ਕੁਛ ਮੈਨੂੰ ਦਿੱਤਾ। ਇਹ ਸ਼ੁਕਰਾਨਾ ਨਹੀਂ ਕਰਦਾ, ਸਗੋਂ ਹਉਮੈ ਕਰਦਾ। ਮੇਰੇ ਕੋਲ ਇੰਨਾ ਕੁਛ, ਆ ਭੁੱਖੇ ਨੰਗੇ ਫਿਰਦੇ, ਕੁਛ ਹੈ ਹੀ ਨਹੀਂ, ਦਾਨੀ ਦੇ ਬੰਦੇ ਨੇ, ਸਗੋਂ ਐਂ ਮਹਿਸੂਸ ਕਰਦਾ। ਸ਼ੁਕਰਾਨਾ ਨਹੀਂ ਕਰਦਾ। ਜੇ ਸ਼ੁਕਰਾਨਾ ਕਰੇ ਫਿਰ ਮਨਮੁਖ ਕਿਉਂ ਹੋਵੇ? ਉਹਨੂੰ ਫਿਰ ਮਨਮੁਖ ਕਿਉਂ ਕਹਿਣ? ਜਿਹੜਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉਹ ਮਨਮੁਖ ਨਹੀਂ ਕਹਿਲਾਂਦਾ। ਉਹਦੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਈ ਹੈ, ਤੂੰ ਆ ਸੋਹਣੀ ਰਹਿਣ ਨੂੰ ਕੋਠੀ ਦਿੱਤੀ ਹੈ, ਆਵਾਜਾਈ ਦੇ ਸੋਹਣੇ ਸਾਧਨ ਦਿੱਤੇ ਨੇ, ਪਹਿਨਣ ਨੂੰ ਸੋਹਣੇ ਕੱਪੜੇ ਦਿੱਤੇ ਨੇ, ਰੰਗ ਰੂਪ ਦਿੱਤਾ ਹੈ, ਤੂੰ ਪਰਿਵਾਰ ਦਿੱਤਾ ਹੈ, ਬਾਲ ਬੱਚੇ ਦਿੱਤੇ ਨੇ, ਨੌਕਰੀ ਦਿੱਤੀ ਹੈ, ਬੈਂਕ ਬੈਲੈਂਸ ਦਿੱਤਾ, ਤੇਰਾ ਬੜਾ ਬੜਾ ਧੰਨਵਾਦ ਹੈ। ਉਹਦਾ ਅਸੀਂ ਸ਼ੁਕਰਾਨਾ ਕਰਨਾ। ਕੋਈ ਵੀ ਚੀਜ਼ ਪ੍ਰਾਪਤ ਹੋਵੇ, ਦੇਖਣ ਨੂੰ ਐਂ ਲੱਗਦਾ ਤੁਸੀਂ ਆਪਣੇ ਯਤਨਾਂ ਨਾਲ ਪ੍ਰਾਪਤ ਕੀਤੀ ਹੈ। ਜਦੋਂ ਗਿਆਨ ਹੋ ਜਾਏਗਾ ਧਰਮ ਦਾ, ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਜਿਹੜੇ ਮੈਂ ਯਤਨ ਕੀਤਾ, ਇਹ ਤਾਂ ਪਰਮਾਤਮਾ ਨੇ ਯਤਨ ਕਰਾਉਣੇ, ਮੈਨੂੰ ਸੋਝੀ ਦਿੱਤੀ। ਇੱਕ ਬੱਚੇ ਨੂੰ ਪਰਮਾਤਮਾ ਸੋਝੀ ਦਿੰਦਾ ਹੈ ਵੀ ਤੂੰ ਪੜ੍ਹ, ਉਹ ਲੱਗਾ ਰਹਿੰਦਾ, ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਾਕਾ ਤੂੰ ਪੜ੍ਹ, ਆਪੇ ਹੀ ਲੱਗਾ ਰਹਿੰਦਾ। ਪਰਮਾਤਮਾ ਵੱਲੋਂ ਉਹਨੂੰ ਸੋਝੀ ਹੈ। ਪਰ ਜੇ ਉਹ ਨਾ ਗਿਆਨ ਹੋਣ ਕਰਕੇ ਹਾਂ ਜੀ ਮੈਂ ਤਾਂ ਲੱਗਾ ਰਹਿਣਾ, ਆਹ ਮੂਰਖ ਨੇ ਜੀ, ਅਵਾਰਾਗਰਦੀ ਕਰਦੇ ਨੇ, ਪੜ੍ਹਦੇ ਨਹੀਂ ਹੈਗਾ, ਮੈਂ ਫਸਟ ਆਉਣਾ ਜੀ, ਇਹ ਤਾਂ ਫੇਲ ਹੋ ਜਾਂਦੇ ਨੇ ਜੀ। ਉਹ ਫਿਰ ਇਸ ਤਰ੍ਹਾਂ ਹਉਮੈ ਕਰੇਗਾ ਜੇ ਉਹਨੂੰ ਨਹੀਂ ਪਤਾ ਕਿ ਜਿਹੜੀ ਮੇਰੇ 'ਚ ਯੋਗਤਾ ਹੈ ਇਹ ਤਾਂ ਪਰਮਾਤਮਾ ਨੇ ਦਿੱਤੀ ਹੋਈ ਹੈ।
ਪਰਮਾਤਮਾ ਕਿਸੇ ਵੇਲੇ ਦਿੱਤੀ ਹੋਈ ਚੀਜ਼ ਨੂੰ ਖੋ ਸਕਦਾ ਹੈ। ਮੰਨ ਲਓ 60 ਫੁੱਟ ਵੱਜ ਪਏ, ਡਿੱਗ ਪਏ, ਬੱਚਾ ਸਿਰ ਪਰਨੇ ਡਿੱਗ ਪਏ, ਚੱਲ ਦਿਮਾਗ 'ਚ ਕੋਈ ਨੁਕਸ ਪੈ ਗਿਆ, ਗਿਆ ਸਾਰਾ ਕੁਛ। ਯਾਦ ਸ਼ਕਤੀ ਵੀ ਖਤਮ ਹੋ ਸਕਦੀ ਹੈ। ਇਸ ਲਈ ਜੋ ਕੁਛ ਵੀ ਮਿਲੇ, ਚਾਹੇ ਆਪਣੇ ਯਤਨਾਂ ਨਾਲ ਮਿਲੇ, ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਸੱਚੇ ਪਾਤਸ਼ਾਹ ਯਤਨ ਵੀ ਤੈਂ ਕਰਾਇਆ, ਇਹ ਮਿਹਨਤ ਕਰਨ ਦੀ ਆਦਤ ਵੀ ਤੂੰ ਪਾਈ ਹੈ, ਇਹ ਮਿਹਨਤ ਕਰਨ ਦੀ ਸੋਝੀ ਵੀ ਤੈਂ ਦਿੱਤੀ ਹੈ। ਬੱਚੇ ਨੂੰ ਛੋਟੀ ਉਮਰ ਤੋਂ ਇਹ ਜਚਾਉਣਾ ਚਾਹੀਦਾ। ਜਦੋਂ ਬੱਚਾ ਥੋੜ੍ਹਾ ਬਹੁਤਾ ਵੀ ਹੰਕਾਰ ਕਰਨ ਲੱਗੇ ਕਿਸੇ ਗੱਲ 'ਚ, ਉਹਨੂੰ ਫਿਰ ਸਮਝਾਉਣਾ ਚਾਹੀਦਾ, ਕਾਕਾ ਜਿਸ ਗੱਲ ਦਾ ਤੂੰ ਹੰਕਾਰ ਕਰੇ, ਇਹ ਗੁਣ ਤਾਂ ਤੇਰੇ 'ਚ ਪਰਮਾਤਮਾ ਨੇ ਪੈਦਾ ਕੀਤਾ। ਉਹ ਕਿਸੇ ਵੇਲੇ ਵੀ ਆਪਣਾ ਦਿੱਤਾ ਗੁਣ ਵਾਪਸ ਤੇ ਲੈ ਸਕਦਾ, ਤੂੰ ਖਾਲੀ ਹੋ ਜਾਏਗਾ, ਫਿਰ ਤੈਨੂੰ ਕਿਸੇ ਨੇ ਦਵਾਨੀ ਦਾ ਨਹੀਂ ਪੁੱਛਣਾ ਹੈ। ਇਸ ਲਈ ਕੁਝ ਵੀ ਪ੍ਰਾਪਤ ਹੋਵੇ, ਵੱਡਾ ਛੋਟਾ, ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰ। ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ। ਕਿੰਨੀ ਦੁਨੀਆ ਹੈ ਜਿਨ੍ਹਾਂ ਨੂੰ ਤੂੰ ਇਹ ਨਹੀਂ ਦਿੱਤਾ ਤੇ ਮੈਨੂੰ ਦਿੱਤਾ ਹੈ। ਪਰਮਾਤਮਾ ਸਾਰਿਆਂ ਨੂੰ ਨਹੀਂ ਦਿੰਦਾ ਹੈਗਾ, ਉਹ ਤਾਂ ਸਾਡੇ ਕਰਮ ਵੇਖਦਾ ਹੈ। ਜੇ ਅਸੀਂ ਭਜਨ ਬੰਦਗੀ ਕੀਤੀ ਹੈ, ਨਾਲ ਫਿਰ ਉਹ ਕਿਰਪਾ ਕਰ ਦਿੰਦਾ ਵੀ ਹਾਂ ਕੰਮ ਵੀ ਚੰਗੇ ਕੀਤੇ, ਨਾਲ ਭਜਨ ਬੰਦਗੀ ਕੀਤੀ ਹੈ, ਖਾਣ ਪੀਣ ਪਹਿਨਣ ਨੂੰ ਵਾਧੂ ਦੇ ਦਿੰਦਾ। ਅੱਗੇ ਗੁਰੂ ਮਹਾਰਾਜ ਕਹਿੰਦੇ, ਹਉਮੈ ਕਰ ਕਰ ਜਾਇਸੇ, ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇ। ਫਿਰ ਸੁਣੋ, ਹਉਮੈ ਕਰ ਕਰ ਜਾਇਸੇ, ਜੋ ਆਇਆ ਜਗ ਮਾਹ। ਇਹਦੇ ਦੋ ਉਚਾਰਨ ਨੇ, ਇੱਕ ਹੈ ਮਾਹੇ, ਇੱਕ ਹੈ ਮਾਹ। ਅਰਥ ਦੋਨਾਂ ਦਾ ਹੈਗਾ ਵਿੱਚ। ਡਿਕਸ਼ਨਰੀ ਅਨੁਸਾਰ ਦੋ ਉਚਾਰਨ ਨੇ, ਮਾਹੇ ਮੈਨੇ ਵੀ ਵਿੱਚ ਅਤੇ ਮਾਹ ਮੈਨੇ ਵੀ ਵਿੱਚ। ਇੱਥੇ ਮਾਹ ਪੜ੍ਹਨਾ, ਮਾਹੇ ਨਹੀਂ ਪੜ੍ਹਨਾ, ਕਿਉਂਕਿ ਅੱਗੇ ਜਿਹੜਾ ਸਵਾ ਹੈ ਉਹ ਨਾਊਨ ਆ ਰਿਹਾ। ਨਾਊਨ ਦੇ ਹਾਏ ਨੂੰ ਲੱਗੀ ਹੋਈ ਸਿਹਾਰੀ ਨਹੀਂ ਬੋਲਦੀ, ਇਸ ਲਈ ਹੋ ਗਿਆ ਸਵਾ। ਅੱਗੇ ਆ ਰਿਹਾ ਸ਼ਬਦ ਭਾ, ਭਾ ਹੁੰਦੀ ਅੱਗ, ਭਾ ਨਾਊਨ ਹੈ, ਨਾਊਨ ਹੋਣ ਕਰਕੇ ਹਾਏ ਨੂੰ ਸਿਹਾਰੀ ਨਹੀਂ ਬੋਲੇਗੀ। ਹਾਂ, ਅਗਰ ਮਾਂ ਨਾ ਸ਼ਬਦ ਦਾ ਕੋਈ ਡਿਕਸ਼ਨਰੀ 'ਚ, ਫਿਰ ਸਾਨੂੰ ਮਾਹੇ ਪੜ੍ਹਨਾ ਪੈਣਾ ਸੀ। ਮਾਹੇ ਪੜ੍ਹਦਾ ਮਾਹੇ ਕਰ, ਫਿਰ ਸਾਨੂੰ ਸੁਆਹੇ ਅਤੇ ਭਾਹੇ ਪੜ੍ਹਨਾ ਪੈਣਾ ਸੀ ਤੁਕਾਤ ਮਿਲਾਉਣ ਲਈ। ਕਾ 2-3 ਦਿਨ ਮੈਂ ਇਸੇ ਗੱਲ 'ਤੇ ਲੱਗਾ ਰਿਹਾ ਵੀ ਅੱਗੇ ਸੁਆਹ ਆ ਰਿਹਾ, ਭਾ ਆ ਰਿਹਾ ਹੈ, ਇਹ ਦੋਨੋਂ ਨਾਊਨ ਨੇ, ਇਹ ਵਿੱਚ ਹੈ, ਇਹ ਵਿੱਚ ਹੈ, ਨਾਊਨ ਨਹੀਂ ਹੈ, ਇਹ ਕੀ ਪੜ੍ਹਨਾ। ਫਿਰ ਹਿੰਦੀ ਦੀ ਡਿਕਸ਼ਨਰੀ ਮੇਰੇ ਕੋਲ ਸਨ 2-3, ਉਹ ਡਿਕਸ਼ਨਰੀ ਵੇਖੀਆਂ, ਉਹ 'ਚ ਫਿਰ ਲਿਖਿਆ ਹੋਇਆ ਸੀ ਮਾਂ ਮਾਹੇ, ਇਹ ਦੋ ਦੇ ਉਚਾਰਨ ਦਿੱਤੇ ਹੋਏ ਸਨ ਅਤੇ ਅਰਥ ਲਿਖਿਆ ਸੀ ਵਿੱਚ। ਫਿਰ ਇਸ ਲਈ ਹੁਣ ਇੱਥੇ ਜਿਹੜਾ ਹੈ, ਕਿਉਂਕਿ ਸਵਾ ਵੀ ਨਾਊਨ ਹੈ ਅਤੇ ਭਾ ਅੱਗ ਵੀ ਨਾਊਨ ਹੈ, ਇਸ ਲਈ ਇਸ ਨੂੰ ਮਾਹੇ ਨਹੀਂ ਪੜ੍ਹਨਾ, ਕੀ ਪੜ੍ਹਨਾ ਮਾਂ। ਮਾਂ ਮੈਨੇ ਵਿੱਚ। ਸਭ ਜਗ ਕਾਜਲ ਕੋਠੜੀ, ਤਨ ਮਨ ਦੇ ਸਵਾ, ਗੁਰ ਰਾਖੇ ਸੇ ਨਿਰਮਲੇ, ਸ਼ਬਦ ਨਿਵਾਰੀ ਭਾ। ਗੁਰੂ ਮਹਾਰਾਜ ਕਹਿੰਦੇ, ਹਉਮੈ ਕਰ ਕਰ ਜੈਸੀ, ਜੋ ਆਇਆ ਜਗਮਾ। ਜਿਹੜਾ ਵੀ ਸੰਸਾਰ 'ਚ ਹੈ, ਹਉਮੈ ਕਰ ਕਰਕੇ ਇੱਥੋਂ ਚਲਿਆ ਜਾਂਦਾ ਹੈ। ਕੋਈ ਕਿਸੇ ਨੂੰ ਛੋਟੀ ਹਉਮੈ, ਕਿਸੇ ਨੂੰ ਵੱਡੀ ਹਉਮੈ, ਕਿਸੇ ਦੀ ਹਉਮੈ ਸਥੂਲ ਹੈ, ਕਿਸੇ ਦੀ ਹਉਮੈ ਸੂਖਸ਼ਮ ਹੈ। ਕਈ ਵਾਰੀ ਬੰਦਾ ਬੋਲ ਹਉਮੈ 'ਚ ਰਿਹਾ ਹੁੰਦਾ ਹੈ, ਉਹਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ, ਉਹਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਬੋਲਾਂ 'ਚ ਹਉਮੈ ਹੈ। ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਸੂਖਸ਼ਮ ਹਉਮੈ ਹੈ। ਆਪਣੇ ਗੁਣ ਦੇ ਵੀ ਬੰਦੇ 'ਚ ਹਉਮੈ ਆ ਸਕਦੀ ਹੈ। ਇੱਕ ਸ਼ਬਦ ਹੈ ਮਾਣ, ਇੱਕ ਸ਼ਬਦ ਹੈ ਹਉਮੈ, ਦੋਨਾਂ 'ਚ ਫਰਕ ਹੈ। ਤੁਸੀਂ ਚੰਗੇ ਕੰਮ ਕਰਦੇ ਹੋ, ਤੁਹਾਨੂੰ ਉਸ 'ਤੇ ਮਾਣ ਹੋਣਾ ਚਾਹੀਦਾ। ਤੁਸੀਂ ਅਮੀਰ ਹੋ, ਤੁਹਾਨੂੰ ਮਾਣ ਹੋਣਾ ਚਾਹੀਦਾ, ਹਉਮੈ ਨਹੀਂ ਹੋਣੀ ਚਾਹੀਦੀ। ਮਾਣ ਹੁੰਦਾ ਵੀ ਹਾਂ ਦਾਤਾ ਦੇਖੋ ਕਿੰਨਾ, ਦੇਖੋ ਕਿੰਨੇ ਵਿਚਾਰੇ ਗਰੀਬ ਨੇ, ਦਾਤੇ ਨੇ ਮੈਨੂੰ ਕਿੰਨਾ ਦਿੱਤਾ ਖਾਣ ਪੀਣ ਨੂੰ, ਮਾਣ ਹੁੰਦਾ। ਚੰਗੇ ਗੁਣਾਂ ਦਾ ਮਾਣ ਹੁੰਦਾ, ਵਿੱਦਿਆ ਦਾ ਮਾਣ ਹੁੰਦਾ, ਗਿਆਨ ਦਾ ਮਾਣ ਹੁੰਦਾ। ਇੱਕ ਹੰਕਾਰ ਹੁੰਦਾ, ਉਹਦੇ 'ਚ ਇਹਦਾ ਦੂਜਾ ਐਵੇਂ ਹੀ ਲੱਗਦਾ, ਕੀੜੇ ਮਕੌੜੇ ਜਿਹੇ ਲੱਗਦੇ ਨੇ।
ਆਪਣੇ ਆਪ ਨੂੰ ਪਹਾੜ ਸਮਝਦਾ, ਦੂਜੇ ਨੂੰ ਕੀੜੇ ਮਕੌੜੇ ਸਮਝਦਾ, ਹੰਕਾਰੀ ਬੰਦਾ। ਇਸ ਲਈ ਮਾਣ ਜ਼ਰੂਰ ਹੋਣਾ ਚਾਹੀਦਾ ਬੰਦੇ ਨੂੰ, ਪਰ ਹੰਕਾਰ ਨਹੀਂ ਹੋਣਾ ਚਾਹੀਦਾ। ਕਹਿੰਦੇ ਜਿਹੜਾ ਵੀ ਸੰਸਾਰ 'ਚ ਹੈ ਉਹ ਹੰਕਾਰ ਕਰਕੇ ਇੱਥੇ ਜਾਂਦਾ ਹੈ। ਸਭ ਜਗ ਕਾਜਲ ਕੋਠੜੀ, ਕਾਜਲ ਕਾਲਖ ਨੂੰ ਕਹਿੰਦੇ ਨੇ। ਪੁਰਾਣੇ ਜ਼ਮਾਨੇ 'ਚ ਬੱਚਿਆਂ ਦੇ ਅੱਖਾਂ 'ਤੇ ਸੁਰਮਾ ਪਾਉਂਦੇ ਹੁੰਦੇ ਸਨ, ਸਰੋਂ ਦੇ ਦੀਵੇ ਹੁੰਦੇ ਸਨ, ਉਹਦੀ ਬੱਤੀ ਥੋੜ੍ਹੀ ਉੱਚੀ ਕਰ ਲੈਣੀ। ਜਿੰਨੀ ਜ਼ਿਆਦਾ ਲਾਟ ਉੱਚੀ ਹੋਵੇਗੀ ਉਹਦਾ ਧੂੰਆਂ ਵੀ ਉਨਾ ਵੱਧ ਹੋਵੇਗਾ। ਫਿਰ ਉਦੋਂ ਸੁਰਮਚੂ ਸ਼ੀਸ਼ੇ ਦੇ ਨਹੀਂ ਸੀ ਹੁੰਦੇ, ਲੋਹੇ ਜਾਂ ਪਿੱਤਲ ਦੇ ਸੁਰਮਚੂ ਹੁੰਦੇ ਸਨ ਘਰਾਂ 'ਚ ਰੱਖੇ ਹੋਏ। ਉਹ ਫਿਰ ਉਹਦੇ ਉੱਤੇ ਲਾਣ ਚੁੰਝ ਉਹਦੀ, ਹਾਂਜੀ, ਉਹ ਕਾਲੀ ਹੋ ਜਾਣੀ। ਹੁਣ ਥੋੜ੍ਹਾ ਠੰਡਿਆਂ ਕਰਕੇ ਬੱਚੇ ਦੀ ਅੱਖ 'ਚ ਪਾਉਣਾ। ਉਹ ਨਾਲ ਤਾਂ ਨਿਗਾਹ ਤੇਜ਼ ਕਰਦਾ ਸੀ, ਨਾਲ ਜਿਹੜਾ ਉਹਦੀ ਅੱਖਾਂ ਨੂੰ ਸੋਹਣਾ ਕਰਦਾ ਸੀ। ਅੱਜ ਕੱਲ੍ਹ ਸੁਰਮੇ ਦਾ, ਅੱਜ ਕੱਲ੍ਹ ਸੁਰਮਾ ਸਿਰਫ ਅੱਖਾਂ ਮਟਕਾਉਣ ਲਈ ਦੁਨੀਆ ਪਾਉਂਦੀ ਹੈ, ਅੱਖਾਂ ਜੋਤ ਵਧਾਉਣ ਲਈ ਨਹੀਂ ਪਾਉਂਦੀ। ਆਂਖ ਮੇਂ ਅੰਜਨ ਸਭੀ ਦੇ, ਟੁਕ ਚਾਹਨ ਮਾਹੇ ਬਿਡਾਨ। ਅੱਖਾਂ 'ਚ ਸੁਰਮਾ ਤਾਂ ਸਾਰੇ ਪਾਉਂਦੇ ਨੇ, ਪਰ ਥੋੜ੍ਹਾ ਇੱਛਾ 'ਚ ਫਰਕ ਹੈ ਵੀ ਕੀ ਅੱਖਾਂ ਦੀ ਜੋਤ ਵਧਾਉਣ ਲਈ ਸੁਰਮਾ ਪਾਇਆ ਕਿ ਅੱਖਾਂ ਮਟਕਾਉਣ ਲਈ ਪਾਇਆ। ਜਿਹਨਾਂ ਅੱਖਾਂ ਮਟਕਾਉਣੀਆਂ ਹੁੰਦੀਆਂ ਬਾਹਰਲੇ ਪਾਸੇ ਵੀ ਲੱਗਦਾ ਕਾਲਖ। ਫਿਰ ਇਹ ਪੂਛਾਂ ਜੀ ਵੀ ਛੱਡੀਆਂ ਹੁੰਦੀਆਂ। ਪਹਿਲਾਂ ਰਿਵਾਜ਼ ਸੀ, ਅੱਜ ਕੱਲ੍ਹ ਘੱਟ ਗਿਆ। ਪਹਿਲਾਂ ਸਾਈਡਾਂ ਦੇ ਬੱਚਿਆਂ ਦੇ ਜਾਂ ਬੀਬੀਆਂ ਇਹ ਪੂਛਾਂ ਛੱਡਦੇ, ਉਹ ਸੀ ਅੱਖਾਂ ਮਟਕਾਉਣ ਲਈ। ਸੁਰਮਾ ਅੰਦਰ ਤਾਂ ਮੰਨਿਆ ਅੱਖਾਂ ਦੀ ਜੋਤ ਲਈ, ਹੁਣ ਬਾਹਰ ਲਾਇਆ ਤਾਂ ਫਿਰ ਉਹ ਵਿਖਾਵੇ ਲਈ ਹੈ ਨਾ। ਸੋ ਬਾਣੀ ਨੇ ਵੀ ਇਸ ਗੱਲ ਨੂੰ ਸਵੀਕਾਰ, ਇਹਦਾ ਮਤਲਬ ਉਦੋਂ ਵੀ ਲੋਕ ਕਰਦੇ ਸਨ, ਤਾਂ ਹੀ ਬਾਣੀ 'ਚ ਆਇਆ ਨਾ। ਆਂਖ ਮੇਂ ਅੰਜਨ ਸਭੀ ਦੇ, ਸਾਰੇ ਅੱਖਾਂ 'ਚ ਸੁਰਮਾ ਪਾਉਂਦੇ ਨੇ, ਟੁਕ ਥੋੜ੍ਹਾ ਜਿਹਾ, ਚਾਹਨ ਮਾਹੇ ਬਿਡਾਨ। ਬਿਡਾਨ ਮੈਨੇ ਫਰਕ, ਸਿਰਫ ਇੱਛਾ 'ਚ ਫਰਕ ਹੈ ਵੀ ਕੀ ਭਾਵਨਾ ਲੈ ਕੇ ਸੁਰਮਾ ਪਾਇਆ। ਅੱਖਾਂ ਦੀ ਜੋਤ ਵਧਾਉਣ ਲਈ ਪਾਇਆ ਕਿ ਅੱਖਾਂ ਮਟਕਾਉਣ ਲਈ ਪਾਇਆ ਹੈ। ਇੱਕ ਆਪਾਂ ਪਹਿਰਾਵਾ ਪਾਉਂਦੇ ਹਾਂ ਵੀ ਅਸੀਂ ਸੋਹਣੇ ਲੱਗੀਏ, ਵੀ ਅੱਛਾ ਪਹਿਰਾਵਾ ਪਾਉਂਦੇ ਹਾਂ। ਆਮ ਕਹਾਵਤ ਹੈ ਵੀ ਜਿਹੜਾ ਬੰਦਾ ਹੈ ਟੇਲਰ ਮੇਡ ਹੈ। ਕਿੰਨਾ ਮਹਿੰਗਾ ਕੱਪੜਾ ਲੈ ਲਓ, ਜੇ ਦਰਜੀ ਭੈੜਾ ਟੱਕਰ ਗਿਆ, ਕੱਪੜੇ ਚਾਹੀਦੇ ਨਹੀਂ, ਹੁਣ ਤੈਨੂੰ ਸੋਹਣੇ ਨਹੀਂ ਲੱਗਣੇ, ਪਾ ਕਿੰਨੇ ਮਹਿੰਗੇ ਪਾ ਲਓ। ਕਹਿੰਦੇ ਮੈਨ ਇਜ਼ ਟੇਲਰ ਮੇਡ। ਬੰਦਾ ਦਰਜੀ ਦਾ ਬਣਾਇਆ ਹੈ, ਜਿਹੋ ਜਿਹਾ ਮਰਜ਼ੀ ਪ੍ਰਸੰਨ ਦਾ ਹੀ ਬਣਾਇਆ, ਫਿੱਟ ਐਨ ਫਿੱਟ ਫਾਰ ਤੁਹਾਡੇ ਕੱਪੜੇ ਹੋਣਗੇ, ਤੁਸੀਂ ਲੱਗੋਗੇ। ਇੱਕ ਵਾਰੀ ਇੱਥੇ ਕਈ ਸਾਲ ਪਹਿਲਾਂ ਸਤ ਸੰਗਤ ਦੇ ਵਿੱਚ ਇੱਕ ਪ੍ਰਿੰਸੀਪਲ ਆਇਆ ਕਰਦਾ ਸੀ। ਮੈਂ ਉਹਨੂੰ ਕਿਹਾ, ਪ੍ਰਿੰਸੀਪਲ ਸਾਹਿਬ ਤੁਸੀਂ ਐਡੀ ਵੱਡੀ ਪੋਸਟ 'ਤੇ ਹੋ, ਤੁਸੀਂ ਮੱਥਾ ਟੇਕਦੇ ਹੋ, ਮਗਰੋਂ ਤੁਸੀਂ ਨੰਗੇ ਹੋ ਜਾਂਦੇ ਹੋ, ਕੀ ਤੁਹਾਡੀ ਪੈਂਟ ਟਾਈਟ ਨਹੀਂ ਹੋ ਸਕਦੀ? ਇਹ ਢਿਲਕ ਵੀ ਪੈਂਟ ਪਾਉਂਦੇ ਹੋ, ਮੱਥਾ ਟੇਕਦੇ ਹੋ, ਪੈਂਟ ਨੀਵੀਂ ਹੋ ਜਾਂਦੀ ਹੈ, ਤੁਹਾਡੇ ਕਮੀਜ਼ ਜਿਹੜੇ ਨੇ ਲੰਡੇ ਜਿਹੇ ਨੇ, ਉਹ ਮਗਰੋਂ ਸਾਰੇ ਤੋਂ ਨੰਗੇ ਹੋ ਜਾਂਦੇ ਤੁਸੀਂ, ਅਤੇ ਭੈੜਾ ਲੱਗਦਾ ਹੈ। ਜਾਂ ਤਾਂ ਸਾਡਾ ਕਮੀਜ਼ ਲੰਮਾ ਹੋਵੇ, ਪੈਂਟ ਕਾਫੀ ਜਿਹੜਾ 2 ਗਿੱਠ ਪੈਂਟ ਦੇ ਵਿੱਚ ਹੋਵੇ, ਫਿਰ ਜੇ ਅਸੀਂ ਮੱਥਾ ਟੇਕਾਂਗੇ ਉਹ ਕਮੀਜ਼ ਬਾਹਰ ਨਹੀਂ ਨਿਕਲੇਗਾ। ਜੇ ਕਮੀਜ਼ ਹੀ ਲੜਾ ਜਿਹਾ ਪਾਇਆ ਹੈ, ਜਦੋਂ ਤੁਸੀਂ ਮੱਥਾ ਟੇਕੋਗੇ ਉਹ ਤਾਂ ਬਾਹਰ ਨਿਕਲ ਜਾਏਗਾ, ਅਤੇ ਪੈਂਟ ਪਾਈ ਤੁਸੀਂ ਢਿੱਲੀ, ਉਹ ਹੋ ਜੂ ਹੇਠਾਂ ਨੂੰ, ਕਮੀਜ਼ ਜੋ ਉੱਪਰ ਨੂੰ, ਮਗਰੋਂ ਹੋ ਗਏ ਨਾ ਨੰਗੇ, ਜਲੂਸ ਨਿਕਲਦਾ ਹੈ। ਉਹਨੇ ਆਪਣੇ ਆਪ ਤਾਂ ਕੀ ਸੁਧਾਰਨਾ ਸੀ, ਉਹਨੂੰ ਹੀ ਹਟ ਗਿਆ ਵੀ ਭਲੇ ਮਾਨਸੋ ਸੁਧਾਰ ਲਓ ਤੁਸੀਂ। ਇੱਕ ਤਾਂ ਆਉਂਦਾ ਮੈਂ ਪਬਲਿਕ ਦੇ ਸਾਹਮਣੇ ਕਹਾਂ ਵੀ ਫਲਾਣਾ ਐ ਹੈ ਜੀ, ਉਹ ਤਾਂ ਹੋਰ ਗੱਲ ਹੈ। ਮੈਂ ਨਾਮ ਲੈਣ ਤੋਂ ਹਮੇਸ਼ਾ ਹੀ ਬਚਾ ਕਰਦਾ ਵੀ ਨਾਮ ਨਹੀਂ ਲੈਣਾ ਚਾਹੀਦਾ। ਅਗਲੇ ਨੂੰ ਜਿਹੜਾ ਮੈਨੂੰ ਸੱਟ ਵੱਜਦੀ ਹੈ ਵੀ ਮੇਰਾ ਨਾਮ ਭਰੀ ਸਭਾ 'ਚ ਲੈਤਾ ਹੋਏ, ਸਮਝਾਉਣਾ ਸਾਡਾ ਫਰਜ਼ ਹੈ। ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ, ਬੀਬੀਆਂ ਖਾਸ ਕਰਕੇ ਭਾਈ ਜਦੋਂ ਆਪਾਂ ਮੱਥਾ ਟੇਕੀਏ ਖੜ੍ਹੇ ਹੋ ਕੇ ਆਪਣਾ ਕਮੀਜ਼ ਅੱਗੋਂ ਜਾਂ ਪਿੱਛੋਂ ਠੀਕ ਕਰ ਲਓ। ਤੁਸੀਂ ਕਈ ਬੀਬੀਆਂ ਨੂੰ ਦੇਖਿਓ ਜਦ ਮੱਥਾ ਟੇਕ ਵਾਪਸ ਮੁੜਦੀਆਂ ਕਮੀਜ਼ ਨੂੰ ਠੀਕ ਨਹੀਂ ਕਰਦੇ, ਮਗਰੋਂ ਫਿਰ ਭੈੜੀਆਂ ਲੱਗਦੀਆਂ ਨੇ। ਥੋੜ੍ਹਾ, ਕਿਉਂਕਿ ਅਸੀਂ ਸਭਾ 'ਚ ਆਏ ਹੋਏ ਹਾਂ, ਸੰਗਤ 'ਚ ਬੈਠੇ ਹਾਂ, ਸਾਨੂੰ ਇੱਕ ਮਰਿਆਦਾ ਹੁੰਦੀ ਹੈ, ਖਿਆਲ ਰੱਖਣਾ ਪੈਂਦਾ ਆਪਣੇ ਸਰੀਰ ਦਾ ਵੀ ਅਸੀਂ ਸਾਡਾ ਕੋਈ ਅੰਗ ਜਿਹੜਾ ਹੈ ਮੱਥਾ ਟੇਕਦੇ ਆ ਜਾਂ ਖਲੋਦੇ ਕੋਈ ਨੰਗਾ ਤਾਂ ਨਹੀਂ ਹੋ ਰਿਹਾ ਅੰਗ। ਸੋ ਤਾਂ ਹੈ ਸਭ ਜਗ ਕਾਜਲ ਕੋਠੜੀ, ਇਹ ਸਾਰਾ ਸੰਸਾਰ ਕਾਲਖ ਦੀ ਕੋਠੀ ਹੈ। ਤਨ ਮਨ ਦੇ ਸਵ, ਇਹ ਤਨ ਅਤੇ ਮਨ ਸਵ ਹੈ। ਕਿਉਂ ਨਾ ਹੋਈ ਜਿਹੜਾ ਇੱਕ ਦਿਨ ਸਵ।
ਇਹ ਸਰੀਰ ਨੇ ਇੱਕ ਦਿਨ ਸੁਆਹ ਹੀ ਹੋ ਜਾ, ਸੜ ਜਾ, ਆਪਾਂ ਸਾੜ ਦਿਆਂਗੇ ਸਰੀਰ ਨੂੰ, ਇਹਨੇ ਸੁਆਹ ਹੋ ਜਾਣਾ। ਹਾਂ, ਦੇਹ ਸਰੀਰ ਨੂੰ ਕਹਿੰਦੇ, ਦੇਹੀ ਇਸਤਰੀ ਲਿੰਗ ਹੈ। ਜਿਹੜਾ ਉਹ ਦੇਹ ਹੁੰਦਾ ਉਹ ਹਾਹੇ ਨੂੰ ਸਿਹਾਰੀ ਹੁੰਦਾ ਜਾਂ ਹਾਹੇ ਨੂੰ ਔਂਕੜ ਹੁੰਦਾ। ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾ, ਜਿਹੜੇ ਜਿਨ੍ਹਾਂ ਨੇ ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ ਉਹ ਤੇ ਰਹਿ ਗਏ ਨਿਰਮਲ, ਉਹ ਤੇ ਇਸ ਕਾਜਲ ਕੋਠੜੀ ਤੋਂ ਗਏ ਬਚ। ਸ਼ਬਦ ਨੇ ਨਿਵਾਰੀ ਪਾ, ਸ਼ਬਦ ਨੇ ਉਹਨਾਂ ਦੇ ਅੰਦਰ ਜੋ ਤ੍ਰਿਸ਼ਨਾਵਾਂ ਦੀ ਅੱਗ ਸੀ ਉਹ ਦੂਰ ਕਰਤੀ। ਨਿਵਾਰੀ ਹੁੰਦਾ ਦੂਰ ਕਰ ਦਿੱਤੀ, ਪਾ ਹੁੰਦਾ ਅੱਗ। ਕਾਹਦੀ ਅੱਗ? ਤ੍ਰਿਸ਼ਨਾਵਾਂ ਦੀ ਅੱਗ। ਜਿਵੇਂ ਅੱਗ ਸਾੜਦੀ ਹੈ ਨਾ, ਇਸ ਤਰ੍ਹਾਂ ਜਿਹੜੀ ਸਾਡੇ ਤ੍ਰਿਸ਼ਨਾਵਾਂ ਨੇ ਇਹ ਵੀ ਸਾਨੂੰ ਸਾੜਦੀਆਂ ਰਹਿੰਦੀਆਂ ਨੇ। ਇੱਕ ਹੁੰਦੀ ਹੈ ਇੱਛਾ, ਇੱਕ ਹੁੰਦੀ ਲੋੜ, ਇੱਕ ਹੁੰਦੀ ਇੱਛਾ, ਇੱਕ ਹੁੰਦੀ ਤ੍ਰਿਸ਼ਨਾ। ਫਰਕ ਹੈ। ਅਗਰ ਤੁਹਾਡੇ ਅੰਦਰ ਇੱਛਾ ਹੀ ਨਹੀਂ, ਤੁਸੀਂ ਕੋਈ ਤਰੱਕੀ ਵੀ ਨਹੀਂ ਕਰ ਸਕਦੇ। ਇੱਛਾ ਤੋਂ ਬਿਨਾਂ ਤਰੱਕੀ ਨਹੀਂ ਹੋਇਆ ਕਰਦੀ। ਸਾਇੰਸ ਦੀਆਂ ਸਾਰੀਆਂ ਖੋਜਾਂ ਇੱਛਾਵਾਂ ਹੋਣ ਕਰਕੇ ਹੋਈਆਂ। ਮੰਨ ਲਓ ਗਰਮੀਆਂ ਦਾ ਮੌਸਮ ਹੈ, ਪਹਿਲੇ ਜੇ ਹੈਂਡ ਫੈਨ ਵੀ ਨਹੀਂ ਸਨ ਹੁੰਦੇ, ਕੱਪੜਾ ਲੈ ਕੇ ਝੱਲਦੇ ਮੈਂ ਦੇਖੇ ਲੋਕ, ਕੱਪੜੇ ਨਾਲ ਆਪਾਂ ਝੱਲੀ ਜਾਣਾ, ਕੋਈ ਕੱਪੜਾ ਰੁਮਾਲ, ਕੋਈ ਕੱਪੜਾ ਪਰਨਾ ਲਿਆ ਉਹਦਾ ਝੱਲੀ ਜਾਣਾ। ਹੌਲੀ ਹੌਲੀ ਫਿਰ ਹੈਂਡ ਫੈਨ, ਹੱਥ ਨਾਲ ਪੱਖਾ ਚੱਲਣ ਵਾਲੇ ਆ ਗਏ। ਇਹ ਫਿਰ ਕਿਸੇ ਨੇ ਕਿਹਾ ਨਹੀਂ ਯਾਰ ਇਹ ਗੱਲ ਨਹੀਂ ਬਣਦੀ ਹੈ। ਫਿਰ ਨਾ ਥੋੜ੍ਹੇ ਘੁੰਮਣ ਵਾਲਾ ਕੱਢ ਲਿਆ, ਹਾਂ ਉਹ ਪਾ ਲਿਆ। ਫਿਰ ਉਹਨੂੰ ਸੋਹਣਾ ਬਣਾਉਣ ਲਈ ਬੀਬੀ ਨੇ ਉਸਤੇ ਕੱਪੜਾ ਲਾਉਣਾ ਸ਼ੁਰੂ ਕਰਤਾ। ਜਦੋਂ ਵਿਆਹ ਦਾਜ 'ਚ ਆਉਂਦੇ ਪੱਖੇ ਲੈ ਕੇ ਆਇਆ ਕਦੇ ਹੱਥ। ਇਹ ਵੀ ਸਮਾਂ ਸੀ, ਇਹ ਵੀ ਸਮਾਂ ਸੀ ਦਾਜ। ਜੇ ਘੜੀ ਤੇ ਸਾਈਕਲ ਦੇਣਾ ਨਾ, ਬੱਲੇ ਬੱਲੇ ਫਲਾਣੇ ਨੇ ਨਾ ਜਵਾਈ ਨੂੰ ਘੜੀ ਤੇ ਸਾਈਕਲ ਦਿੱਤਾ ਦਾਜ 'ਚ, ਇਹ ਵੀ ਸਮਾਂ ਸੀ। ਖੈਰ, ਤਾਂ ਕਹਿਣ ਦਾ ਕੀ ਭਾਵ ਸੀ ਕਿ ਇੱਛਾ ਜ਼ਰੂਰ ਹੋਣੀ, ਇੱਛਾ ਨਹੀਂ ਮਰ ਜਾਣੀ ਚਾਹੀਦੀ। ਇੱਛਾ ਤੋਂ ਬਿਨਾਂ ਕੋਈ ਤਰੱਕੀ ਹੋਈ ਨਹੀਂ ਹੋ ਸਕਦੀ ਹੈ। ਜੇ ਤੁਹਾਡੇ ਅੰਦਰ ਇੱਛਾ ਹੀ ਨਹੀਂ, ਤੁਸੀਂ ਕੁਛ ਵੀ ਨਹੀਂ ਕਰੋਗੇ। ਹਾਂਜੀ, ਮਤਲਬ ਮੈਂ ਦਾਜ ਦਾ ਬੜਾ ਦਿੱਤਾ, ਫਿਰ ਮੈਂ ਤਾਂ ਕੁਛ ਵੀ ਨਹੀਂ ਕਰਾਂਗਾ, ਫਿਰ ਤਾਂ ਮੈਂ ਕੋਈ ਤਰੱਕੀ ਕਰਾਂਗਾ ਹੀ ਨਹੀਂ ਹੈਗਾ। ਇੱਛਾ ਹੋਣੀ ਚਾਹੀਦੀ ਅੱਗੇ ਵਧਣ ਦੀ, ਇੱਛਾ ਹੋਣੀ ਅੱਗੇ ਪੜ੍ਹਨ ਦੀ, ਇੱਛਾ ਹੋਣੀ ਅੱਗੇ ਤਰੱਕੀ ਕਰਨ ਦੀ, ਇੱਛਾ ਦੇ ਪ੍ਰਮੋਸ਼ਨ ਹੋਣ ਦੀ। ਇੱਛਾ ਤੋਂ ਬਿਨਾਂ ਮਨੁੱਖ ਯਤਨ ਨਹੀਂ ਕਰਦਾ। ਇਹ ਦੇਖੋ ਪੱਖਾ ਆ ਗਿਆ, ਫਿਰ ਇੱਛਾ ਹੋਈ ਨਹੀਂ ਯਾਰ ਇਹ ਆਪਣੇ ਆਪ ਚੱਲਣਾ ਚਾਹੀਦਾ। ਥੱਕ ਹੁਣ ਸੌਣਾ, ਉਹ ਪੱਖਾ ਚੱਲ ਨਹੀਂ ਹੋਣਾ। ਅਮੀਰਾਂ ਨੇ ਨੌਕਰ ਰੱਖ ਲਏ, ਨੌਕਰ ਦਾ ਵੀ ਹੱਥ ਥੱਕਦਾ ਸੀ। ਫਿਰ ਹੁਣ ਕੀ ਕਹਿੰਦਾ, ਛੱਤ 'ਤੇ ਨਾ 2 ਰੱਸੀਆਂ ਬੰਨ ਲਈਆਂ, ਐਂ ਦਾ ਇੱਕ ਡੰਡਾ ਬੰਨ੍ਹ ਲਿਆ ਉਹਨਾਂ ਰੱਸੀਆਂ ਦੇ ਨਾਲ, ਉਹਦੇ ਉੱਤੇ ਦਰੀ ਜਾਂ ਤਲਾਈ ਉਹ 'ਤੇ ਟੰਗ ਦੇਣੀ। ਉਹਨੂੰ ਫਿਰ ਇੱਕ ਰੱਸੀ ਨਾਲ ਨੌਕਰ ਉੱਥੇ ਬੈਠਾ ਹੁੰਦਾ ਸੀ, ਮਾਲਕ ਇੱਥੇ ਮੰਜੀ ਹੈ, ਨੌਕਰ ਪਿੱਛੇ ਬੈਠਾ, ਉਹ ਰੱਸੀ ਐ ਖਿੱਚਦਾ ਰਹਿੰਦਾ ਸੀ। ਚਲੋ ਉਹ ਕਾਫੀ ਅੱਧੇ ਪੌਣੇ ਕਮਰੇ ਦੇ ਵਿੱਚ ਉਹਦੀ ਹਵਾ ਲੱਗਦੀ ਹੁੰਦੀ ਸੀ। ਫਿਰ ਉਹਦੀ ਇੱਛਾ ਵੀ ਨਹੀਂ, ਇਹ ਵੀ ਇੱਕ ਵਕਤ ਹੀ ਹੈ, ਇਹ ਨਾ ਆਪਣੇ ਆਪ ਹੋਣਾ ਚਾਹੀਦਾ। ਅਤੇ ਆਪਣੇ ਆਪ ਦੇਖੋ, ਫਿਰ ਜਦ ਬਿਜਲੀ ਦੀ ਕਾਢ ਨਿਕਲੀ, ਫਿਰ ਆਪਣੇ ਆਪ ਚੱਲਣ ਵਾਲੇ ਪੱਖੇ ਹੋ ਗਏ। ਫਿਰ ਹੋਇਆ ਮਨ 'ਚ ਯਾਰ ਉੱਠ ਕੇ ਪੱਖਾ ਚਲਾਉਣਾ ਪੈਂਦਾ। ਇਹ ਬੈਠਿਆ ਬਿਠਾਈ ਚੱਲਣਾ ਤੇ ਬੰਦ ਹੋਣਾ ਚਾਹੀਦਾ। ਰਿਮੋਟ ਸਿਸਟਮ ਆ ਗਏ ਨਾ। ਇਹ ਇੱਛਾ ਨੇ ਹੀ ਇਹ ਸਾਰਾ ਕੁਛ ਕੀਤਾ। ਤ੍ਰਿਸ਼ਨਾਵਾਂ ਹੋਰ ਗੱਲ ਹੁੰਦੀ ਹੈ, ਮੇਰੇ ਕੋਲ ਇੰਨਾ ਕੁਛ ਹੋਵੇ, ਮੇਰੇ ਕੋਲ ਫਲਾਣੇ ਤੋਂ ਵੱਧ ਹੋਵੇ, ਮੇਰੇ ਕੋਲ ਗੁਆਂਢੀ ਤੋਂ ਵੱਧ ਹੋਵੇ, ਮੇਰੇ ਤੋਂ ਫਲਾਣੇ ਰਿਸ਼ਤੇਦਾਰ ਨਾਲ ਵੱਧ ਹੋਵੇ, ਮੇਰੀ ਕੋਠੀ ਇੰਨੀ ਮੰਜ਼ਲੀ ਹੋਵੇ। ਇਹ ਤ੍ਰਿਸ਼ਨਾਵਾਂ ਨੇ। ਤ੍ਰਿਸ਼ਨਾਵਾਂ ਹਮੇਸ਼ਾ ਹੀ ਮਨੁੱਖ ਨੂੰ ਅੰਦਰੋਂ ਸਾੜਦੀਆਂ ਰਹਿੰਦੀਆਂ ਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਤ੍ਰਿਸ਼ਨਾਵਾਂ ਨਹੀਂ ਬੁੱਝਦੀਆਂ। ਇੱਛਾ ਜ਼ਰੂਰ ਹੋਣੀ ਚਾਹੀਦੀ। ਇੱਕ ਹੁੰਦੀ ਲੋੜ, ਵੀ ਜਿਸ ਤੋਂ ਬਿਨਾਂ ਗੁਜ਼ਾਰਾ ਹੀ ਨਾ ਹੋਵੇ। ਰੋਟੀ ਹੈ, ਪਾਣੀ ਹੈ, ਹਵਾ ਹੈ, ਛੋਟਾ ਮੋਟਾ ਘਰ ਹੈ, ਕੱਪੜੇ ਨੇ, ਡਾਕਟਰੀ ਸਹਾਇਤਾ, ਇਹ ਲੋੜਾਂ ਨੇ। ਇਹ ਤਾਂ ਲੋੜਾਂ ਨੇ। ਸਰੀਰ ਢੱਕਣ ਲਈ ਕੱਪੜਾ ਵੀ ਚਾਹੀਦਾ ਹੈ, ਰੋਟੀ ਵੀ ਚਾਹੀਦੀ ਹੈ, ਪਾਣੀ ਵੀ ਚਾਹੀਦਾ। ਚਲੋ ਹਵਾ ਤਾਂ ਜੇ ਦਾਤੇ ਵੱਲੋਂ ਮਿਲ ਰਹੀ ਹੈ, ਹਵਾ ਚਾਹੀਦੀ ਹੁੰਦੀ ਹੈ। ਫਿਰ ਕੀ ਹੈ ਵੀ ਡਾਕਟਰੀ ਸਹੂਲਤ ਵੀ ਚਾਹੀਦੀ ਹੈ। ਬਿਮਾਰ ਹੋ ਗਏ ਅਤੇ ਡਾਕਟਰੀ ਸਹੂਲਤ ਹੀ ਕੋਈ ਨਹੀਂ ਤਾਂ ਫਿਰ ਬੰਦਾ ਤਰਫ ਤੜਕ ਕੇ ਮਰੇ। ਕੁਝ ਸਾਡੀਆਂ ਲੋੜਾਂ ਨੇ,
ਜਿਨ੍ਹਾਂ ਤੋਂ ਬਿਨਾਂ ਸਾਡਾ ਨਹੀਂ ਸਰਦਾ। ਪਹਿਲਾਂ 3 ਲੋੜਾਂ ਗਿਣੀ ਕਿਸੇ, ਕੁੱਲੀ, ਗੁੱਲੀ, ਜੁੱਲੀ। ਕੁੱਲੀ ਮੈਨੇ ਘਰ, ਜੁੱਲੀ ਮੈਨੇ ਕੱਪੜਾ, ਅਤੇ ਗੁੱਲੀ ਮੈਨੇ ਰੋਟੀ। ਵੀ 3 ਚੀਜ਼ਾਂ ਜ਼ਰੂਰ ਚਾਹੀਦੀਆਂ, ਕੁੱਲੀ, ਗੁੱਲੀ, ਜੁੱਲੀ। ਰਹਿਣ ਨੂੰ ਘਰ ਚਾਹੀਦਾ, ਚਾਹੇ ਝੌਂਪੜੀ ਹੋਵੇ, ਚਾਹੇ ਕੁੱਲੀ ਕਹਿਣਾ, ਕੋਠੀ ਨਹੀਂ ਕਿਹਾ। ਧਿਆਨ ਦੇਣਾ, ਸ਼ਬਦ ਦੇ ਘਰ ਨਹੀਂ ਵਰਤਿਆ, ਕੁੱਲੀ ਵਰਤਿਆ ਹੈ। ਵੀ ਸੁਧਾਰ ਜੈਸੇ ਉਹਦੀ ਝੌਂਪੜੀ ਨੂੰ ਕੁੱਲੀ ਕਹਿੰਦੇ ਨੇ। ਗੁੱਲੀ ਹੈ, ਪਹਿਲਾਂ ਬੱਚਿਆਂ ਨੂੰ ਛੋਟੀ ਰੋਟੀ 'ਚ ਪਕਾ ਕੇ ਦਿੰਦੇ ਸੀ, ਲੈ ਗੁੱਲੀ ਖਾ ਲੈ। ਪਰ ਰੋਟੀ, ਕੱਪੜਾ, ਇਹ 3 ਚੀਜ਼ਾਂ ਜ਼ਰੂਰੀ ਹੁੰਦੀਆਂ ਸੀ। ਹੁਣ ਵਿੱਦਿਆ, ਇਹ ਵੀ ਜ਼ਰੂਰੀ ਹੋ ਗਈ ਹੈ। ਡਾਕਟਰੀ ਸਹੂਲਤਾਂ, ਇਹ ਵੀ ਜ਼ਰੂਰੀ ਹੋ ਗਈਆਂ ਨੇ। ਸਮਾਂ ਪਾ ਕੇ ਲੋੜਾਂ ਵੱਧ ਜਾਂਦੀਆਂ ਨੇ। ਲੋੜਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਜ਼ਿੰਦਗੀ ਨਰਕ ਬਣ ਕੇ ਰਹਿ ਜਾਏਗੀ। ਫਿਰ ਜੇ ਲੋੜਾਂ ਪੂਰੀਆਂ ਹੋ ਜਾਣ, ਫਿਰ ਇੱਛਾ ਪੈਦਾ ਕਰਨੀ ਚਾਹੀਦੀ ਆਪਣੇ ਅੰਦਰ ਤਰੱਕੀ ਕਰਨ ਦੀ, ਕਿ ਅੱਜ ਕੁੱਲੀ ਹੈ, ਮੇਰੇ ਕੋਲ ਘੱਟ ਤੋਂ ਘੱਟ ਕੱਚਾ ਘਰ ਹੋਵੇ। ਕੱਚਾ ਘਰ ਹੋ ਗਿਆ, ਫਿਰ ਦਾਤਾ ਸੱਚੇ ਪਾਤਸ਼ਾਹ ਕਿਰਪਾ ਕਰ ਕੋਈ ਪੱਕਾ ਹੋ ਜਾਏ। ਜਦੋਂ ਕੱਚੇ ਘਰ ਹੁੰਦੇ ਸੀ, ਮੈਨੂੰ ਯਾਦ ਹੈ, ਮੀਂਹ ਪੈਣਾ, ਛੱਤ 'ਤੇ ਚੜ੍ਹਨਾ ਪੈਂਦਾ ਸੀ, ਉਹ ਚੋਣ ਲੱਗ ਜਾਂਦਾ ਸੀ। ਵੀ ਮੀਂਹ ਤਾਂ ਬਚਾ ਲਈ, ਤੇ ਕਮਰਾ ਪਾਇਆ ਸੀ, ਅਤੇ ਸਿਆਪਾ ਮੀਂਹ ਪੈਣ ਲੱਗੇ, ਛੱਤ 'ਤੇ ਜਾ ਕੇ ਉੱਥੇ ਮੋਰੀਆਂ ਉੱਤੇ ਬੰਦ ਕਰਦੇ। ਫਿਰ ਉਹ ਵੀ ਸਮਾਂ ਸੀ। ਤੁਸੀਂ ਤਾਂ ਪੈਦੇ ਹੀ ਸਵਰਗ 'ਚ ਹੋਏ ਹੋ, ਤੁਹਾਨੂੰ ਨਰਕ ਦਾ ਪਤਾ ਹੀ ਨਹੀਂ ਹੈਗਾ। ਸਾਨੂੰ ਪਤਾ ਹੈ, ਇਸ ਲਈ ਸਾਨੂੰ ਸਵਰਗ ਦਾ ਜ਼ਿਆਦਾ ਆਨੰਦ ਤੁਹਾਡੇ ਨਾਲ ਆ ਰਿਹਾ। ਤੁਸੀਂ ਅਜੇ ਤੁਹਾਡੇ ਵਿੱਚ ਕੁਝ ਕੁ ਨੇ, ਚਲੋ ਅਸੀਂ ਤਾਂ ਪੂਰਾ ਨਰਕ ਵੇਖ ਲਿਆ ਹੈ ਅਤੇ ਸਵਰਗ ਵੀ ਵੇਖ ਰਹੇ। ਤੁਹਾਡੇ ਕੁਝ ਨੇ ਅੱਧਾ ਕੁ ਨਰਕ ਵੇਖਿਆ, ਬਾਕੀ ਸਵਰਗ ਤੁਹਾਡੇ ਬੱਚਿਆਂ ਦੇ ਨਰਕ ਵੇਖੇ ਹੀ ਨਹੀਂ। ਤੁਹਾਡੇ ਬੱਚੇ ਸਵਰਗ 'ਚ ਹੀ ਪੈਦਾ ਹੋਏ ਨੇ, ਉਹਨਾਂ ਨੂੰ ਕੀ ਪਤਾ। ਉਹਨਾਂ ਨੇ ਇਹੋ ਜਿਹੀ ਗੱਲਾਂ ਛੱਡੋ ਡੈਡੀ, ਤੁਹਾਡਾ ਸਮਾਂ ਹੋਰ ਸੀ। ਉਹ ਤੁਹਾਡੀ ਇਹ ਗੱਲ ਵੀ ਸੁਣਨ ਨੂੰ ਤਿਆਰ ਨਹੀਂ, ਤੁਸੀਂ ਸਾਨੂੰ ਬੋਰ ਕਰਦੇ ਗੱਲਾਂ ਸੁਣਾ ਕੇ। ਹਾਂਜੀ, ਨਹੀਂ, ਗਰੀਬੀ ਤੋਂ ਜਦੋਂ ਬੰਦਾ ਅਮੀਰੀ 'ਚ ਜਾਂਦਾ ਹੈ, ਅਮੀਰੀ ਦਾ ਆਨੰਦ ਹੀ ਉਹਨੂੰ ਉਦੋਂ ਆਉਂਦਾ। ਅਮੀਰੀ 'ਚ ਹੀ ਪੈਦਾ ਹੋਏ, ਉਹਨੂੰ ਨਹੀਂ ਆਨੰਦ ਆਉਂਦਾ ਅਮੀਰੀ ਦਾ। ਤੁਸੀਂ ਪਹਿਲਾਂ ਗਰੀਬ ਹੋ, ਫਿਰ ਤੁਸੀਂ ਅਮੀਰ ਹੋ ਗਏ, ਅਸਲ ਫਿਰ ਅਮੀਰ ਦਾ ਆਨੰਦ ਆਉਂਦਾ, ਫਿਰ ਅਮੀਰ ਦਾ ਆਨੰਦ ਆਉਂਦਾ ਵੀ ਹਾਂ ਇਹ ਚੀਜ਼ ਹੈ। ਇਸ ਲਈ ਇੱਛਾ ਰੱਖਣੀ ਚਾਹੀਦੀ ਹੈ। ਹਾਂ, ਤ੍ਰਿਸ਼ਨਾਵਾਂ ਤੋਂ ਗੁਰਬਾਣੀ ਸਾਨੂੰ ਮਨ੍ਹਾ ਕਰਦੇ ਵੀ ਤ੍ਰਿਸ਼ਨਾਵਾਂ ਤੁਹਾਡੀਆਂ ਪੂਰੀਆਂ ਨਹੀਂ ਹੋਣੀਆਂ। ਅਤੇ ਮਾਤਾ ਬੁੱਧ ਨੇ ਵੀ ਕਿਹਾ ਸੀ ਵੀ ਜਿਹੜੀ ਸਾਡੀ ਤ੍ਰਿਸ਼ਨਾਵਾਂ ਨੇ, ਇਹੀ ਦੁੱਖਾਂ ਦਾ ਕਾਰਨ ਨੇ। ਅਤੇ ਗੁਰਬਾਣੀ ਵੀ ਕਹਿੰਦੇ ਵੀ ਤ੍ਰਿਸ਼ਨਾ ਦੇ ਕਿਸੇ ਵਿਰਲੇ ਟਾਵੇਂ ਦੀ ਬੁੱਝਣੀ ਹੈ। ਅਤੇ ਤੁਹਾਡੇ ਅੰਦਰ ਤ੍ਰਿਸ਼ਨਾਵਾਂ ਨੇ, ਤੁਸੀਂ ਤਾਂ ਦੁਖੀ ਹੁੰਦੇ ਜਾਓਗੇ। ਸਭ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਦੁਖੀ ਹੈ, ਕਿਉਂਕਿ ਅੰਦਰ ਤ੍ਰਿਸ਼ਨਾਵਾਂ ਨੇ, ਉਹ ਨਹੀਂ ਪੂਰੀਆਂ ਹੁੰਦੀਆਂ ਕਿਸੇ ਦੀ। ਇਹ ਰੱਜ ਨਹੀਂ ਆਇਆ ਕਰਦਾ ਕਦੇ। ਰੋਟੀ ਨਾਲ ਰੱਜ ਆ ਜਾਏਗਾ, ਪਾਣੀ ਨਾਲ ਰੱਜ ਆ ਜਾਏ, ਮਾਇਆ ਨਾਲ ਰੱਜ ਨਹੀਂ ਆਇਆ ਕਰਦਾ ਕਿਸੇ ਦਾ। ਇਹ ਜਦੋਂ ਤੁਸੀਂ ਜਿਉਂ ਗਰੀਬੀ ਤੋਂ ਅਮੀਰ ਹੁੰਦੇ ਜਾਓਗੇ ਨਾ, ਜਦੋਂ ਬੰਦਾ ਗਰੀਬ ਦਾ ਕਹੇ ਜੇ ਕਿਤੇ ਮੇਰੀ ਲੱਖ ਦੀ ਲਾਟਰੀ ਨਿਕਲ ਜਾਣਾ, ਆਹ ਮੈਂ ਜਦੋਂ ਤੇਰੇ ਕੋਲ ਲੱਖ ਹੋਏਗਾ ਨਾ, ਇਹ ਤਾਂ ਤੈਨੂੰ 1000 ਵਰਗਾ ਲੱਗਣਾ। ਅਤੇ ਉਹ ਪਹਿਲਾਂ ਤਾਂ ਮੋਟਰਸਾਈਕਲ ਲੈਣਾ, 70-75 ਹਜ਼ਾਰ ਦਾ ਤਾਂ ਉਹੀ ਆ ਗਿਆ, ਬਾਕੀ ਕੱਪੜੇ ਬੂਟ ਸਲਾ ਲੈਂਗੇ, ਲੱਖ ਤਾਂ ਮੁੱਕ ਗਿਆ। ਨਹੀਂ, 10 ਲੱਖ ਚਾਹੀਦਾ। ਫਿਰ ਤੂੰ ਕਾਰ ਲੈ ਲੇਗਾ 7 ਲੱਖ ਦੀ, ਬਾਕੀ ਤਾਂ ਕੀ ਰਹੇ, ਕੁਛ ਵੀ ਨਹੀਂ ਰਿਹਾ। ਕਰੋੜ ਚਾਹੀਦਾ, ਕਰੋੜ ਨਾਲ ਵੀ ਨਹੀਂ ਗੱਲ ਬਣਨੀ। ਇਹ ਮੈਂ ਦੇਖਿਆ, ਇਹ ਬੰਦਾ ਮਾਇਆ ਨਾਲ ਨਹੀਂ ਰੱਜਦਾ। ਇਹ ਤਾਂ ਨਾਮ ਹੈ ਪਰਮਾਤਮਾ, ਜਿਹੜੇ ਅੰਦਰ ਫਿਰ ਜਿਹੜਾ ਹੈ ਸਬਰ ਸੰਤੋਖ ਪੈਦਾ ਕਰਦਾ। ਅਤੇ ਸਬਰ ਸੰਤੋਖ ਤੋਂ ਬਿਨਾਂ ਬੰਦਾ ਨਹੀਂ ਰੱਜਿਆ ਕਰਦਾ, ਚਾਹੇ ਅਰਬਾਂ ਖਰਬਾਂ ਕਿਉਂ ਕੋਲ ਹੋਣ। ਫਿਰ ਉਹ ਵੱਡਿਆਂ ਨਾਲ ਮੁਕਾਬਲਾ ਕਰ ਲੈਂਦਾ ਆਪਣਾ। ਇਸ ਲਈ ਲੋੜਾਂ ਤੋਂ ਬਾਅਦ ਇੱਛਾਵਾਂ ਨੇ। ਬਸ ਜਿਸ ਬੰਦੇ ਨੇ ਇੱਛਾਵਾਂ ਤੱਕ ਆਪਣੇ ਆਪ ਨੂੰ ਰੱਖ ਲਿਆ, ਉਹ ਸੁਖੀ ਰਹੇਗਾ। ਜਿਹੜਾ ਤ੍ਰਿਸ਼ਨਾਵਾਂ ਤੱਕ ਲੈ ਗਿਆ, ਉਹਨੇ ਦੁਖੀ ਹੀ ਰਹਿਣਾ, ਭਾਵੇਂ ਕਿੰਨਾ ਹੀ ਅਮੀਰ ਹੋਵੇ ਅਤੇ ਕਿੰਨਾ ਕੁਛ ਉਹਦੇ ਕੋਲ ਹੋਵੇ। ਇਸ ਲਈ ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਗੁਰ ਰਾਖੇ ਸੇ ਨਿਰਮਲੇ। ਗੁਰੂ ਨੇ ਜਿਨ੍ਹਾਂ ਦੀ ਇਸ ਕਾਜਲ ਕੋਠੜੀ ਤੋਂ ਰੱਖਿਆ ਕੀਤੀ ਨਾ, ਉਹ ਤੇ ਰਹਿ ਗਏ ਨਿਰਮਲ। ਅਤੇ ਕਿਵੇਂ ਹੋਇਆ? ਸ਼ਬਦ ਨਿਵਾਰੀ ਭਾ, ਨਾਮ ਦੇ ਨਾਲ ਉਹਦੇ ਅੰਦਰ ਜੋ ਤ੍ਰਿਸ਼ਨਾਵਾਂ ਦੀ ਅੱਗ ਸੀ, ਉਹ ਉਸਨੇ ਦੂਰ ਕਰ ਲਈ। ਤ੍ਰਿਸ਼ਨਾਵਾਂ ਖਤਮ ਕਰ ਲੈ, ਨਾਮ ਜਪ 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 ਕੇ। ਕਿਉਂਕਿ ਨਾਮ ਜਪਣ ਵਾਲੇ ਦੀਆਂ ਲੋੜਾਂ ਪੂਰੀਆਂ ਕਰਨੇ ਪਰਮਾਤਮਾ ਦਾ ਫਰਜ਼ ਬਣਦਾ ਹੈ।
ਜਿਹੜਾ ਬੰਦਾ ਨਾਮ ਜਪਦਾ ਉਸ ਦੀਆਂ ਲੋੜਾਂ ਪੂਰੀਆਂ ਕਰਨੇ ਪਰਮਾਤਮਾ ਦੀ ਡਿਊਟੀ ਹੁੰਦੀ ਹੈ ਕਿ ਮੇਰਾ ਜਿਹੜਾ ਨਾਮ ਜਪਣਾ ਬੰਦਾ ਭੁੱਖਾ ਨਹੀਂ ਸੌਣਾ ਚਾਹੀਦਾ, ਇਹ ਨੰਗਾ ਨਹੀਂ ਹੋਣਾ ਚਾਹੀਦਾ, ਇਹਦਾ ਤਨ ਢੱਕਿਆ ਹੋਇਆ ਹੋਣਾ ਚਾਹੀਦਾ ਹੈਗਾ। ਇਹਦੇ ਕੋਲ ਰੋਟੀ ਪਾਣੀ ਦਾ, ਕੱਪੜੇ ਦਾ, ਕੋਈ ਰਹਿਣ ਲਈ ਝੌਂਪੜੀ ਕਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਹ ਖਿਆਲ ਰੱਖਦਾ ਆਪਣੇ ਭਗਤ ਦਾ, ਲੋੜਾਂ ਵੱਲੋਂ ਨਹੀਂ ਉਹਨੂੰ ਕਿਸੇ ਚੀਜ਼ ਦੀ ਕਮੀ ਆਉਣ ਦਿੰਦਾ, ਹਾਂ ਲੋੜਾਂ ਪੂਰੀਆਂ ਕਰਦਾ। ਨਾਨਕ ਤਰੀਐ ਸਚ ਨਾਮ ਸਿਰ ਸ਼ਾਹਾਂ ਪਾਤਸ਼ਾਹ, ਮੈਂ ਹਰ ਨਾਮ ਨ ਵੀਸਰੈ ਹਰ ਨਾਮ ਰਤਨ ਵੇਸਾ, ਮਨਮੁਖ ਭੌਜਲ ਪਚਬੂਏ ਗੁਰਮੁਖ ਤਰੇ ਅਥਾ। ਨਾਨਕ ਤਰੀਐ ਸਚ ਨਾਮ ਸਿਰ ਸ਼ਾਹਾਂ ਪਾਤਸ਼ਾਹ, ਸ਼ਾਹਾਂ ਵੀ ਫਾਰਸੀ ਦਾ ਸ਼ਬਦ ਹੈ, ਪਾਤਸ਼ਾਹ ਵੀ ਫਾਰਸੀ ਦਾ ਸ਼ਬਦ ਹੈ। ਨਾਨਕ ਤਰੀਐ ਸਚ ਨਾਮ, ਪਰਮਾਤਮਾ ਦੇ ਨਾਮ ਰਾਹੀਂ ਹੀ ਅਸੀਂ ਇਸ ਭਵ ਸਾਗਰ ਨੂੰ ਤਰ ਸਕਦੇ ਹਾਂ। ਸਿਰ ਸ਼ਾਹਾਂ ਪਾਤਸ਼ਾਹ, ਸ਼ਾਹਾਂ ਤੇ ਪਾਤਸ਼ਾਹਾਂ ਤੋਂ ਵੀ ਵੱਡਾ ਪਰਮਾਤਮਾ ਦਾ ਨਾਮ ਹੈ। ਕਹਿੰਦੇ ਉਸ ਨਾਮ ਰਾਹੀਂ ਹੀ ਅਸੀਂ ਇਸ ਭਵ ਸਾਗਰ ਨੂੰ ਤਰ ਸਕਦੇ ਹਾਂ। ਸਿਰ ਹੁੰਦਾ ਸ਼੍ਰੋਮਣੀ, ਸਿਰ ਤੇ ਸ਼ਾਹਾਂ ਪਾਤਸ਼ਾਹ, ਸ਼ਾਹਾਂ ਦਾ ਸ਼ਾਹ ਉਹਨੂੰ ਕਹਿੰਦੇ ਪਾਤਸ਼ਾਹ, ਉਹਦੇ ਸਿਰ 'ਤੇ ਪਰਮਾਤਮਾ ਨਾ ਪਾਵੋ। ਉਹ ਪਰਮਾਤਮਾ ਦਾ ਨਾਮ ਉਦੋਂ ਵੀ ਵੱਡਾ ਹੈ, ਅਸੀਂ ਪਰਮਾਤਮਾ ਦੇ ਨਾਮ ਨਾਲ ਹੀ ਤਰ ਸਕਦੇ ਹਾਂ। ਮੈਂ ਹਰ ਨਾਮ ਨ ਵਿਸਰੈ ਹਰ ਨਾਮ ਰਤਨ ਵੇਸਾ, ਮੈਨੂੰ ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਪਰਮਾਤਮਾ ਦਾ ਨਾਮ ਮੇਰੇ ਲਈ ਰਤਨ ਹੈ। ਵਿਸਾ ਹੁੰਦਾ ਆਸਰਾ, ਪਰਮਾਤਮਾ ਦਾ ਨਾਮ ਮੇਰੇ ਲਈ ਆਸਰਾ ਹੈ, ਪਰਮਾਤਮਾ ਦਾ ਨਾਮ ਮੇਰੇ ਲਈ ਰਤਨ ਕੀਮਤੀ ਹੈ। ਇਹ ਕਦੇ ਮੈਨੂੰ ਨਹੀਂ ਭੁੱਲਣਾ ਚਾਹੀਦਾ। ਮਨਮੁਖ ਭੌਜਲ ਪਛਬੂਏ, ਜਿਹੜੇ ਮਨਮੁਖ ਨੇ ਇਹ ਭਵ ਸੰਸਾਰ ਦੇ ਵਿੱਚ, ਭਵ ਸਾਗਰ ਦੇ ਵਿੱਚ ਖੁਆਰ ਹੋ ਕੇ ਮਰ ਗਏ। ਪਛ ਹੁੰਦਾ ਖੁਆਰ ਹੋਣਾ। ਸੰਸਾਰ ਨੂੰ ਭਵ ਸਾਗਰ ਕਿਹਾ ਹੈ। ਜੇ ਬਹੁਤ ਵੱਡੇ ਸਮੁੰਦਰ ਨੂੰ ਪਾਰ ਕਰਨਾ ਔਖਾ ਹੁੰਦਾ ਹੈ, ਐਂ ਇਹ ਸੰਸਾਰ ਨੂੰ ਵੀ ਸਮੁੰਦਰ ਕਿਹਾ ਗਿਆ। ਜਿਹੜਾ ਸਮੁੰਦਰ ਹੈ ਉਹਦੇ ਵਿੱਚ ਤੇ ਪਾਣੀ ਹੁੰਦਾ ਹੈ। ਸੰਸਾਰ ਨੂੰ ਸਮੁੰਦਰ ਕਿਉਂ ਕਿਹਾ ਗਿਆ? ਕਿ ਇੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਪਾਣੀ ਹੈ। ਜਿਹੜਾ ਸੰਸਾਰਕ ਪਾਣੀ ਹੈ, ਮੈਂ ਦੇਖਿਆ ਇਹਨੂੰ ਤਰਨਾ ਕੋਈ ਔਖਾ ਨਹੀਂ। ਕਿਸ਼ਤੀ ਵੀ ਹੋ ਸਕਦੀ ਹੈ, ਸਮੁੰਦਰੀ ਜਹਾਜ਼ ਵੀ ਹੋ ਸਕਦੇ ਨੇ। ਅੱਜ ਕੱਲ੍ਹ ਤਾਂ ਹਵਾਈ ਜਹਾਜ਼ 7 ਸਮੁੰਦਰਾਂ ਤੋਂ ਪਾਰ ਲੰਘ ਜਾਂਦਾ ਹੈ। ਸਮੁੰਦਰਾਂ ਨੂੰ ਤਰਨਾ ਹੁਣ ਕੋਈ ਔਖਾ ਨਹੀਂ ਰਿਹਾ, ਪਰ ਇਹ ਸੰਸਾਰ ਸਮੁੰਦਰ ਨੂੰ ਤਰਨਾ ਸ਼ੁਰੂ ਤੋਂ ਹੀ ਔਖਾ ਸੀ ਅਤੇ ਔਖਾ ਹੀ ਰਹੇਗਾ। ਹਾਂ, ਇਹ ਔਖਾ ਹੀ ਰਹੇਗਾ। ਭਾਵ ਮਨੁੱਖਾ ਜੀਵਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀਆਂ ਬਚਾਈਆਂ ਬੁਰਾਈਆਂ ਤੋਂ ਬਚਾ ਕੇ ਜੀਵਨ ਜਿਹੜਾ ਜਿਉਣਾ ਹੈ, ਇਹ ਸੰਸਾਰ ਸਮੁੰਦਰ ਨੂੰ ਤਰਨਾ ਹੈ, ਇਹ ਭਵ ਸਾਗਰ ਨੂੰ ਤਰਨਾ ਹੈ। ਜਿਹੜੇ ਮਨਮੁਖ ਨੇ ਇਸ ਭਵ ਸਾਗਰ ਦੇ ਵਿੱਚ ਹੀ ਡੁੱਬ ਜਾਂਦੇ ਨੇ। ਪਚ ਹੁੰਦਾ ਖੁਆਰ ਹੋ ਕੇ ਮਰ ਜਾਂਦੇ ਹਨ। ਗੁਰਮੁਖ ਤਰੈ ਅਥਾ, ਅਤੇ ਜਿਹੜਾ ਗੁਰਮੁਖ ਹੈ ਇਸ ਅਥਾ ਭਾਵ ਸਮੁੰਦਰ ਨੂੰ, ਜਿਹੜਾ ਗੁਰਮੁਖ ਹੈ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ, ਕਿਉਂਕਿ ਉਹ ਤਾਂ ਪਰਮਾਤਮਾ ਦੇ ਨਾਮ ਦੇ ਆਸਰੇ ਚੱਲਦਾ ਹੈ। ਜਿਹੜਾ ਨਾਮ ਦੇ ਆਸਰੇ ਚੱਲਦਾ ਹੈ, ਫਿਰ ਪਰਮਾਤਮਾ ਦੇ ਗੁਰੂ ਦੀ ਸਹਾਇਤਾ 'ਤੇ ਆ ਜਾਂਦੇ ਨੇ, ਉਹਨੂੰ ਬਚਾ ਕੇ ਰੱਖਦੇ ਨੇ। ਸ਼੍ਰੀ ਰਾਗ ਮਹਿਲਾ ਕਰ ਦੂਜਾ। ਸ਼੍ਰੀ ਰਾਗ ਮਹਿਲਾ ਪਹਿਲਾ ਕਰ ਦੂਜਾ। ਰਾਗ ਦਾ ਨਾਂ ਸ਼੍ਰੀ ਰਾਗ, ਮਹਿਲਾ ਪਹਿਲਾ ਦਾ ਮਤਲਬ ਹੈ ਗੁਰੂ ਨਾਨਕ ਦੇਵ ਦੀ ਬਾਣੀ। ਇਹਨੂੰ ਮਹੱਲਾ ਕਹਿ ਲਓ ਜਾਂ ਮਹਿਲਾ ਕਹਿ ਲਓ, ਇਹ ਸ਼ਬਦ ਹੋਰ ਕਿਤੇ ਨਹੀਂ ਵਰਤਿਆ ਗਿਆ, ਇਹ ਸਿਰਫ ਗੁਰੂਆਂ ਦੇ ਨਾਲ ਹੀ ਵਰਤਿਆ ਗਿਆ ਹੈ। ਤਾਂ ਇਹਦਾ ਮਤਲਬ ਭਾਵ ਹੈ ਕਿ ਗੁਰੂ ਮਹਿਲਾ ਪਹਿਲਾ ਗੁਰੂ ਪਹਿਲਾ, ਮਹਿਲਾ ਪੰਜਵਾਂ ਗੁਰੂ ਪੰਜਵਾਂ, ਮਹੱਲਾ ਪਹਿਲਾ ਗੁਰੂ ਪਹਿਲਾ, ਮਹੱਲਾ ਪੰਜਵਾਂ ਪੰਜਵਾਂ ਗੁਰੂ। ਮਹਿਲਾ ਕਹਿ ਲਓ, ਮਹੱਲਾ ਕਹਿ ਲਓ, ਭਾਵ ਹੈ ਗੁਰੂ। ਗੁਰੂ ਕਿਹੜਾ ਗੁਰੂ? ਮਹਿਲਾ ਪਹਿਲਾ ਪਹਿਲਾ ਗੁਰੂ, ਭਾਵ ਗੁਰੂ ਨਾਨਕ ਦੇਵ ਦੀ ਬਾਣੀ ਹੈ। ਸੋ ਚਾਹੇ ਮਹੱਲਾ ਕਹੋ ਚਾਹੇ ਮਹਿਲਾ ਕਹੋ, ਭਾਵ ਹੈ ਗੁਰੂ। ਪਹਿਲਾ ਗੁਰੂ ਭਾਵ ਗੁਰੂ ਨਾਨਕ ਦੇਵ ਦੀ ਬਾਣੀ ਹੈ। ਘਰ ਦੂਜਾ
ਇਹ ਜਿਹੜੇ ਤਬਲੇ ਵਜਾਉਂਦੇ ਨੇ ਇਹ ਉਹਨਾਂ ਲਈ ਹੈ। ਅਤੇ ਕਈ ਤਬਲੇ ਵਜਾਉਣ ਮੈਨੂੰ ਪੁੱਛਦੇ ਨੇ, ਮੈਂ ਭਾਈ ਮੈਨੂੰ ਤਾਂ ਪਤਾ ਨਹੀਂ ਹੈਗਾ। ਮੈਂ ਜੋ ਪੜ੍ਹਿਆ ਹੋਇਆ ਟੀਕਿਆਂ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਬਈ ਜਿਹੜਾ ਤਾਂ ਰਾਗ ਹੈ ਇਹ ਤਾਂ ਹੁੰਦਾ ਕੀਰਤਨੀਏ ਲਈ, ਬਈ ਤੂੰ ਕਿਹੜੇ ਰਾਗ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ। ਜਿਹੜਾ ਤਬਲਾ ਹੈ ਤੁਹਾਨੂੰ ਤਾਲਾਂ ਦਾ ਪਤਾ ਹੈ, 2 ਤਾਲ 4 ਤਾਲ ਜਿਵੇਂ ਤੁਹਾਡੇ ਤਾਲਾਂ ਨੇ, ਤਾਲਾਂ ਨੂੰ ਮਿਲਾਉਣ ਲਈ ਤੁਸੀਂ ਵਾਰੀ ਵਾਰੀ ਠੁੱਕ ਠੁੱਕ ਕਰਦੇ ਰਹਿੰਦੇ ਹੋ। ਤੁਸੀਂ ਕਦੇ ਨੋਟ ਕਰੋ ਵਾਜੇ ਵਾਲਾ ਇੱਕ ਸੁਰ ਦੱਬ ਲੈਂਦਾ, ਵਾਜਾ ਚਲਾਉਂਦਾ ਅਤੇ ਇੱਕ ਸੁਰ ਦੱਬੀ ਰੱਖਦਾ, ਉਹ ਤਬਲੇ ਵਾਲਾ ਉਸ ਸੁਰ ਦੇ ਅਨੁਸਾਰ ਆਪਣੇ ਤਬਲੇ ਨੂੰ ਸੁਰ ਕਰਦਾ। ਵਾਜੇ ਵਾਲਾ ਸੁਰ ਵਜਾ ਰਿਹਾ ਉਹ ਸਾਰੇ ਨੂੰ ਵਜਾਉਂਦਾ, ਇੱਕੋ ਉਹਨੂੰ ਦੱਬੀ ਰੱਖਦੇ। ਕਦੇ ਤੁਸੀਂ ਨੋਟ ਕਰੋ ਤਬਲੇ ਵਾਲਾ ਉਸ ਵਾਜੇ ਦੀ ਆਵਾਜ਼ ਦੇ ਅਨੁਸਾਰ ਆਪਣੇ ਤਬਲੇ ਨੂੰ ਸੈੱਟ ਕਰਦਾ। ਹਥੌੜੀ ਉਹਦੇ ਕੋਲ ਹੁੰਦੀ ਹੈ, ਉਹ ਤਾਂ ਰੱਸੀਆਂ ਬੰਨੀਆਂ ਹੁੰਦੀਆਂ ਉਹਨੂੰ, ਉਹ ਕਿਸੇ ਨੂੰ ਨਰਮ ਕਰਦਾ, ਢਿੱਲੀ ਕਰਦਾ, ਕਿਸੇ ਨੂੰ ਟਾਈਟ ਕਰਦਾ। ਉਹ ਤਬਲੇ ਨੂੰ ਘੁਮਾਉਂਦਾ ਰਹਿੰਦਾ। ਜਦੋਂ ਉਹਨੇ ਦੇਖਿਆ ਵੀ ਹਾਂ ਹੁਣੇ ਸੈੱਟ ਹੋ ਗਿਆ, ਫਿਰ ਹੱਥ ਨਾਲ ਐਂ ਕਰਦਾ, ਅਤੇ ਉਹਦਾ ਮਤਲਬ ਹੈ ਵੀ ਹਾਂ ਆਈ ਐਮ ਰੈਡੀ, ਚਲੋ ਜੀ ਕੀਰਤਨ ਸ਼ੁਰੂ ਕਰੋ। ਸੋ ਇਹ ਤਬਲੇ ਵਾਲੇ ਲਈ ਹੈ ਕਿ ਉਹਨਾਂ ਨੂੰ ਤਾਲਾਂ ਦਾ ਪਤਾ ਹੁੰਦਾ ਹੈ। ਉਹ ਕਹਿੰਦੇ ਐਕਚੁਅਲੀ ਸੱਚੀ ਗੱਲ ਸਾਨੂੰ ਵੀ ਨਹੀਂ ਅਜੇ ਤੱਕ ਇਹ ਪਤਾ ਵੀ ਇਹ ਕੀ ਭਾਵ ਹੈ ਘਰ ਦਾ। ਇੱਕ ਇੰਨਾ ਲਿਖਿਆ ਘਰ ਦੀ ਗੱਲ, ਸਾਨੂੰ ਵੀ ਐਕਚੁਅਲੀ ਕੋਈ ਪਤਾ ਨਹੀਂ ਹੈਗਾ। ਮੁਕਾਮ ਕਰ ਘਰ ਬੈਸਨ ਨਿਤ ਚਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਹਚਲ ਲੋਕ। ਮੁਕਾਮ ਫਾਰਸੀ ਦਾ ਸ਼ਬਦ ਹੈ ਪੱਕਾ ਟਿਕਾਣਾ। ਮੁਕਾਮ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਅਰਥ ਹੈ ਪੱਕਾ ਟਿਕਾਣਾ। ਮੁਕਾਮ ਘਰ ਘਰ ਬੈਸਨ ਨਿਤ ਚਲਣੇ ਕੀ ਧੋਖ। ਘਰ 'ਚ ਨਾ ਪੱਕਾ ਟਿਕਾਣਾ ਸਮਝ ਕੇ ਮੈਂ ਇੱਥੇ ਹੀ ਰਹਿਣਾ ਬੈਠਾ, ਪਰ ਉਹਨੂੰ ਹਮੇਸ਼ਾ ਇਹ ਸੰਸਾਰ ਤੋਂ ਚਲੇ ਜਾਣ ਦੀ ਚਿੰਤਾ ਲੱਗੀ ਰਹੇ। ਧੋਖ ਮੈਨੇ ਦੁਖੀ ਚਿੰਤਾ ਲੱਗਣੀ ਅੰਦਰ, ਪਰ ਉਹਨੂੰ ਇਸ ਸੰਸਾਰ ਤੋਂ ਚਲੇ ਜਾਣਾ ਇਹਦੀ ਚਿੰਤਾ ਲੱਗੀ ਰਹਿੰਦੀ ਹੈ। ਉਂਝ ਸਮਝਦਾ ਮੈਂ ਇੱਥੇ ਪੱਕੇ ਤੌਰ 'ਤੇ ਰਹਿਣਾ ਹੈ, ਉਂਝ ਸਮਝਦਾ ਮੈਂ ਪੱਕੇ ਤੌਰ 'ਤੇ ਇੱਥੇ ਰਹਿਣਾ ਹੈ, ਪਰ ਅੰਦਰੋਂ ਉਹਨੂੰ ਚਿੰਤਾ ਲੱਗੀ ਰਹਿੰਦੀ ਹੈ ਵੀ ਹਾਂ ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ, ਪਤਾ ਨਹੀਂ ਕਿਹੜੇ ਵੇਲੇ ਇੱਥੇ ਜਾਣਾ ਹੈ। ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਹਚਲ ਲੋਕ। ਮੁਕਾਮ ਦਰਅਸਲ ਤਾਂ ਹੀ ਜਾਣਿਆ ਜਾਂਦਾ ਜੇ ਪੱਕੇ ਤੌਰ 'ਤੇ ਸੰਸਾਰ 'ਚ ਰਹਿਣਾ ਹੋਵੇ। ਨਿਹਚਲ ਹੁੰਦਾ ਜਿਹੜਾ ਅਚਲ ਹੈ। ਜੇ ਇਸ ਸੰਸਾਰ ਦੇ ਵਿੱਚ ਪੱਕੇ ਤੌਰ 'ਤੇ ਰਹਿਣਾ ਹੋਵੇ ਤਾਂ ਤੁਸੀਂ ਕਹਦੇ ਇਹ ਸਾਡਾ ਮੁਕਾਮ ਹੈ ਜੀ, ਇਹ ਸਾਡਾ ਪੱਕਾ ਘਰ ਹੈ। ਨਹੀਂ, ਇੱਥੇ ਤਾਂ ਥੋੜ੍ਹੇ ਸਮੇਂ ਲਈ ਰਹਿਣਾ ਹੈ। ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਘਰ ਪਾਉਂਦੇ ਹਾਂ ਤਾਂ ਵੀ ਬੜਾ ਖਿਆਲ ਹੈ ਪਰ 200 ਸਾਲ 300 ਸਾਲ ਵਾਲਾ ਇਹ ਹੋਣਾ ਚਾਹੀਦਾ ਹੈ। ਪਤਾ ਨਹੀਂ ਕਿੰਨੇ ਇਸ ਘਰ 'ਚ ਕਿਸੇ ਰਹਿਣਾ ਵੀ ਹੈ ਕਿ ਨਹੀਂ ਰਹਿਣਾ ਹੈ, ਇੱਥੇ ਛੱਡ ਛੁੱਟ ਕੇ ਤੁਰ ਜਾਣਾ ਹੁੰਦਾ ਹੈ। ਸੋ ਇਸ ਲਈ ਕਹਿੰਦੇ ਜੇ ਤਾਂ ਪੱਕੇ ਤੌਰ 'ਤੇ ਸੰਸਾਰ 'ਚ ਰਹਿਣਾ ਹੋਵੇ ਤਾਂ ਮੁਕਾਮ ਸਮਝਣਾ ਚਾਹੀਦਾ। ਇੱਥੇ ਪੱਕੇ ਤੌਰ 'ਤੇ ਰਹਿਣੇ ਨਹੀਂ, ਫਿਰ ਪੱਕੇ ਤੌਰ 'ਤੇ ਕਹਿੰਦਾ ਕੀ ਸਮਝਣਾ ਵੀ ਮੇਰਾ ਘਰ ਇਹ ਮੁਕਾਮ ਹੈ, ਮੇਰਾ ਟਿਕਾਣਾ ਹੈ, ਪੱਕੇ ਤੌਰ 'ਤੇ ਹੈ। ਦੁਨੀਆ ਕੈਸ ਮੁਕਾਮੇ, ਦੁਨੀਆ 'ਚ ਪੱਕਾ ਟਿਕਾਣਾ ਕਿਵੇਂ ਹੋ ਸਕਦਾ? ਕੈਸ ਮੈਨੇ ਕਿਵੇਂ, ਫਾਰਸੀ ਦਾ ਸ਼ਬਦ ਹੈ, ਮੁਕਾਮ ਵੀ ਉਹਦਾ ਸ਼ਬਦ ਹੈ। ਦੁਨੀਆ ਕੈਸ ਮੁਕਾਮੇ, ਦੁਨੀਆ ਦੇ ਵਿੱਚ ਪੱਕਾ ਟਿਕਾਣਾ ਕਿਵੇਂ ਹੋ ਸਕਦਾ? ਕਰ ਸਿਦਕ ਕਰਨੀ ਖਰਚ ਬੰਦ, ਲਾਗ ਰਹੋ ਨਾਮੇ। ਕਦੇ ਅਸੀਂ ਕਰੋ ਕੀ? ਕਰ ਸਿਦਕ ਕਰਨੀ, ਅੰਦਰ ਸਬਰ ਸੰਤੋਖ ਲਿਆਓ। ਕਰਨੀ ਹੁੰਦਾ ਸ਼ੁਭ ਕਰਮ, ਸ਼ੁਭ ਕਰਮਾਂ ਰੂਪੀ ਖਰਚ ਬੰਨੋ। ਸਬਰ ਸੰਤੋਖ ਰੱਖੋ, ਸ਼ੁਭ ਕਰਮਾਂ ਦਾ ਖਰਚ ਬੰਨੋ, ਲਾਗ ਰਹੋ ਨਾਮੇ, ਅਤੇ ਨਾਮ ਦੇ ਵਿੱਚ ਲੱਗੇ ਰਹੋ। ਨਾਮ ਜਪਦੇ ਰਹੋ, ਸ਼ੁਭ ਕਰਮਾਂ ਰੂਪੀ ਖਰਚ ਬੰਨੋ, ਅਤੇ ਅੰਦਰ ਸਬਰ ਸੰਤੋਖ ਰੱਖੋ। ਕਹਿੰਦੇ ਤਾਂ ਜਾ ਕੇ ਗੱਲ ਬਣੇਗੀ। ਇੱਥੇ ਸੰਸਾਰ 'ਚ ਕਿਸੇ ਨੇ ਕਦੇ ਸਦਾ ਰਹਿਣਾ। ਜੋਗੀ ਤਾਂ ਆਸਨ ਕਰ ਬਹਿ, ਮੁੱਲਾ ਬਹਿ ਮੁਕਾਮ, ਪੰਡਤ ਵਖਾਣੇ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਜੋਗ ਵੀ ਆਪਣਾ ਆਸਨ ਲਾ ਕੇ ਬੈਠੇ, ਜੋਗੀ ਆਸਨ ਲਾ ਕੇ ਬਹਿੰਦੇ ਨੇ। ਬਹਿ ਮੁੱਲਾ ਬਹਿ ਮੁਕਾਮ, ਮੁੱਲਾ ਵੀ ਆਪਣਾ
ਆਸਣ ਤੇ ਬੈਠਾ। ਜੋਗੀ ਕਹਿੰਦੇ ਬਸ ਮੈਂ ਤਾਂ ਪੱਕੇ ਤੌਰ 'ਤੇ ਇੱਥੇ ਬਹਿਣਾ। ਮੁੱਲਾ ਵੀ ਬੈਠਾ ਆਪਣੇ ਥਾਂ 'ਤੇ। ਪੰਡਿਤ ਵਿਖਾਣਾ ਪੋਥੀਆਂ, ਪੰਡਿਤ ਵੀ ਆਪਣੇ ਥਾਂ 'ਤੇ ਬੈਠ ਕੇ ਪੋਥੀਆਂ ਪੜ੍ਹ ਪੜ੍ਹ ਕੇ ਲੋਕਾਂ ਨੂੰ ਵਿਖਿਆਨ ਕਰਦੇ ਨੇ, ਸੁਣਾਉਂਦੇ ਨੇ। ਸਿੱਧ ਬਹਿ ਦੇਵ ਸਥਾਨ, ਜਿਹੜੇ ਸਿੱਧ ਪੁਰਸ਼ ਨੇ ਦੇਵ ਸਥਾਨ ਦੇ ਮੰਦਰ, ਉਹ ਮੰਦਿਰਾਂ 'ਚ ਬੈਠੇ ਹੋਏ ਹਨ ਵੀ ਬਸ ਇਹ ਸਾਡਾ ਟਿਕਾਣਾ ਜੀ, ਇਹ ਸਾਡੀ ਰਿਹਾਇਸ਼ ਹੈ ਜੀ। ਉਹ ਇਸ ਨੂੰ ਰਿਹਾਇਸ਼ ਸਮਝਦੇ ਨੇ ਪੱਕੀ, ਵੀ ਅਸੀਂ ਹਾਂ ਪੱਕੀ। ਪਤਾ ਉਹਦੀ ਲੱਗ ਰਿਹਾ ਜਦੋਂ ਪ੍ਰਬੰਧਕ ਨੇ ਉਠਾ ਦਿਆ, ਚੱਕੋ ਜੀ ਆਪਣੀ ਟਿੰਡ ਫੋੜੇ ਤੁਰਦੇ ਬਣੂ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਸ਼ੇਖ ਪੀਰ ਸਲਾਰ, ਦਰ ਕੂਚ ਕੂਚਾ ਕਰ ਗਏ, ਅਵਰੇ ਪੀ ਚੱਲਣ ਹਾਰ। ਸੁਰ ਦੇਵਤਿਆਂ ਨੂੰ ਕਹਿੰਦੇ ਨੇ। ਸਿੱਧ ਹੁੰਦਾ ਉਹ ਮਹਾਂਪੁਰਖ ਜਿਹਨੂੰ ਸਿੱਧੀ ਪ੍ਰਾਪਤ ਹੋ ਗਈ ਹੋਵੇ। ਜਿਸ ਨੂੰ ਸਿੱਧੀ ਪ੍ਰਾਪਤ ਹੋ ਗਈ ਹੋਵੇ, 18 ਸਿੱਧੀਆਂ ਹੁੰਦੀਆਂ, 9 ਨਿਧੀਆਂ ਹੁੰਦੀਆਂ। ਸੰਸਾਰ 'ਚ 9 ਪ੍ਰਕਾਰ ਦੇ ਖਜ਼ਾਨੇ ਗਿਣੇ ਗਏ ਨੇ, ਸੁੱਖਾਂ ਦੇ 9 ਖਜ਼ਾਨੇ ਗਿਣੇ ਗਏ ਨੇ, ਉਹਨੂੰ ਕਹਿੰਦੇ ਨਵ ਨਿਧ। 18 ਸਿੱਧੀਆਂ ਗਿਣੀਆਂ ਗਈਆਂ ਨੇ। ਇੱਕ ਸਿੱਧੀ ਹੈ ਅੰਤਰਯਾਮਤਾ। ਸਾਹਮਣੇ ਬੰਦਾ ਖੜ੍ਹਾ, ਉਹਦੇ ਮਨ 'ਚ ਕੀ ਹੈ ਉਹ ਤੁਹਾਨੂੰ ਪਤਾ ਲੱਗ ਜਾਣਾ, ਤੁਸੀਂ ਅੰਤਰਜਾਮੀ ਹੋ। ਦੂਸਰੀ ਸਿੱਧੀ ਹੁੰਦੀ ਸੂਖਸ਼ਮ ਹੋ ਜਾਣਾ। ਜਦੋਂ ਗੁਰੂ ਨਾਨਕ ਦੇਵ ਜੀ ਕੇ ਮਰਦਾਨਾ ਜੀ ਅੱਖਾਂ ਮੀਟੋ, ਭੈਣ ਯਾਦ ਕਰਦੀ ਉੱਥੇ ਜਾਣਾ ਸੁਲਤਾਨਪੁਰ, ਤੇ ਮਰਦਾਨੇ ਅੱਖਾਂ ਮੀਟਦੇ ਸੀ। ਉਹ ਦੋਨੇ ਸੂਖਸ਼ਮ, ਕਿਸੇ ਦਿਸਦੇ ਨਹੀਂ ਸੀ, ਉੜਦੇ ਜਾ ਰਹੇ ਨੇ। ਉੱਡ ਕੇ ਆਉਂਦੇ ਹੁੰਦੇ ਸਨ, ਜਿਵੇਂ ਹਵਾਈ ਜਹਾਜ਼ ਉੱਡਦਾ ਹੈ ਅਤੇ ਆਪਾਂ ਨੂੰ ਹਵਾਈ ਜਹਾਜ਼ ਦਿਸੇ ਨਾ। ਉਹ ਦੋਨੋਂ ਇੱਕ ਸੰਸਾਰ ਨੂੰ ਨਹੀਂ ਸਨ ਦਿਸਦੇ, ਸੂਖਸ਼ਮ ਰੂਪ 'ਚ 1 ਮਿੰਟ ਦੇ ਹਜ਼ਾਰਾਂ ਕਿਲੋਮੀਟਰ ਉੱਡ ਕੇ ਜਿੱਥੇ ਨਾ ਪਹੁੰਚੇ ਉੱਥੇ ਪਹੁੰਚ ਜਾ ਕਰਦੇ ਸੀ। ਇਹ ਵੀ ਇੱਕ ਸਿੱਧੀ ਹੈ, ਇਹ ਵੀ ਸਿੱਧੀ ਹੈ। ਮਾਇਆ ਚਾਹੀਦੀ ਬਾਬਾ ਜੀ, ਮਾਇਆ ਦੀ ਬੜੀ ਕਮੀ ਹੈ। ਇਹ ਐਂ ਬਾਬੇ ਨੇ ਕੀਤਾ, ਨੋਟ ਹੀ ਨੋਟ ਹੱਥ 'ਚ ਲੈ ਪਈ, ਲੈ ਜਾ ਆਪਣਾ ਡੰਗ ਸਾਰ ਲੈ, ਬੱਲੇ 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 ਬਾਬੇ ਦੀ ਹੋ ਜਾਣੀ ਬਸ। ਇਹ ਕੋਈ ਇੱਕ ਸਿੱਧੀ ਵੀ ਤੁਹਾਡੇ ਕੋਲ ਹੈ, ਇੱਕ ਉਹਦੀ ਵਾਕ ਸਿੱਧੀ, ਜੋ ਬੋਲਦੇ ਸੱਚ ਹੋ ਜਾਣਾ। ਬਾਬਾ ਜੀ ਪੁੱਤਰ ਹੋ ਜਾਏ ਜੀ, ਦੇਖਿਆ ਵੀ ਅਮੀਰ ਬੰਦਾ। ਅੱਛਾ ਕਾਰ ਭੇਟਾ ਕਰੇਗਾ? ਹਾਂ ਜੀ ਕਰ ਦਿਆਂਗੇ। ਕਿਹੜੀ ਕਾਰ ਦਿਆਂਗੇ ਜੇ ਤੇਰੇ ਪੁੱਤਰ ਹੋ ਜਾਏ? ਫਲਾਣੀ ਕਾਰ ਦੇਵੇ। ਅੱਛਾ ਤੇਰੇ ਪੁੱਤਰ ਹੋ ਜਾਏਗਾ। ਕਹਿੰਦਾ ਹੋ ਜਾਏਗਾ ਬਸ। अब ਕਾਰ ਆ ਗਈ, ਬਸ ਕਾਰ ਵਾਲੇ ਬਾਬੇ ਹੋ ਗਏ। ਹੋਰ ਉੱਥੇ ਕੀ ਹੈ? ਸਾਡੇ ਨਾਲ ਟੀਚਰ ਸੀ ਬੜਾ ਵਿਖੌਲੀ, ਇਸ ਕਹਿੰਦੇ ਬਾਬੇ ਤਿੰਨ ਪ੍ਰਕਾਰ ਦੇ ਹੁੰਦੇ ਨੇ। ਕਹਿੰਦੇ ਇੱਕ ਬਾਬਾ ਤਾਂ ਜਿਹੜਾ ਗਰੀਬ ਬਾਬਾ ਹੁੰਦਾ ਉਹ ਤਾਂ ਪੈਦਲ ਚੱਲਦਾ, ਜਿਹੜਾ ਥੋੜ੍ਹਾ ਜਿਹਾ ਅਮੀਰ ਬਾਬਾ ਹੁੰਦਾ ਉਹ ਸਕੂਟਰ 'ਤੇ ਜਾਂਦਾ, ਜਿਹੜਾ ਬਹੁਤਾ ਅਮੀਰ ਹੁੰਦਾ ਉਹ ਕਾਰ 'ਤੇ ਜਾਂਦਾ ਹੈ। ਕਹਿੰਦੇ ਤੇਰੇ ਡਿਗਰੀਆਂ ਨੇ ਬਾਬਿਆਂ ਦੀਆਂ। ਸੋ ਇਹ ਸਿੱਧੀਆਂ ਨੇ। ਜਿਹਦੇ ਕੋਲੇ ਕੋਈ ਸਿੱਧੀ ਹੋਵੇ ਉਹਨੂੰ ਕਹਿੰਦੇ ਨੇ ਸਿੱਧ ਪੁਰਸ਼। ਸੁਰ ਸਿੱਧ ਗਣ, ਸ਼ਿਵ ਜੀ ਦੇ ਜਿਹੜੇ ਸੇਵਕ ਨੇ ਨਾ ਉਹਨਾਂ ਨੂੰ ਗਣ ਕਹਿੰਦੇ। ਜਿਹੜੀ ਇਹ ਲੰਕਾ ਹੈ ਇਹ ਸ਼ਿਵ ਜੀ ਮਹਾਰਾਜ ਨੇ ਬਣਵਾਈ ਸੀ। ਉਹ ਕਿਹੜਾ ਸੀ? ਨਹੀਂ, ਜਿਸ ਤੋਂ ਬਣਵਾਈ ਸੀ, ਹਾਂ ਵਿਸ਼ਵਕਰਮਾ ਜੀ। ਸ਼ਿਵ ਜੀ ਮਹਾਰਾਜ ਵਿਸ਼ਵਕਰਮਾ ਨੂੰ ਕਹਿੰਦੇ ਵੀ ਮੇਰੀ ਲੰਕਾ ਬਣਾ ਦੇ। ਅੱਜ ਬਣਾਉਣੇ ਜੀ, ਕੱਲ੍ਹ ਬਣਾਉਣੇ, ਲਾਰੇ ਲਾ ਕੇ 2.5 ਸਾਲ ਲੰਘਾਤੇ। ਫਿਰ ਜੇ ਬਣਾਈ 2.5 ਦਿਨਾਂ 'ਚ ਬਣਾਤੀ। ਕਹਿੰਦੇ ਉਹ ਵਿਸ਼ਵਕਰਮਾ ਇਹ 2.5 ਦਿਨਾਂ ਦਾ ਕੰਮ ਸੀ, ਤੂੰ 2.5 ਸਾਲ ਮੈਨੂੰ ਲਾਰੇ ਲਾਉਂਦਾ ਰਿਹਾ। ਕਹਿੰਦਾ ਜਾ, ਤੈਨੂੰ ਮੰਨਣ ਵਾਲੇ ਨੇ ਲੋਕਾਂ ਨੂੰ ਲਾਰੇ ਹੀ ਲਾਉਂਦੇ ਰਹਿਣਗੇ। ਆ ਜਿੰਨੇ ਮਕੈਨਿਕ ਨੇ ਸਾਰੇ ਲਾਰੇ ਲਾਉਂਦੇ ਨੇ। ਬਸ ਚਲੋ ਸਦਾ ਜੀ ਆਇਆ ਮਗਰੇ ਤੁਹਾਡੇ ਆਉਣਾ ਹੀ ਨਹੀਂ ਲਾਰੇ। ਲੋਹਾਰ ਤਰਖਾਣ ਆ ਬਿਜਲੀ ਵਾਲੇ ਕੀ ਦੂਜੇ ਕੀ ਸਭ ਇਹ ਉਹਨੂੰ ਮੰਨਦੇ ਨੇ। ਇਹ ਸਾਰੇ ਵਿਸ਼ਵਕਰਮਾ ਨੂੰ ਮੰਨਦੇ ਨੇ। ਅਤੇ ਸ਼ਿਵ ਜੀ ਨੂੰ ਚੜ੍ਹਿਆ ਗੁੱਸਾ ਕਰ, ਜਾ ਵਿਸ਼ਵਕਰਮਾ ਤੈਨੂੰ ਮੰਨਣ ਵਾਲੇ ਲਾਰੇ ਹੀ ਲਾਉਂਦੇ ਰਹਿਣਗੇ ਲੋਕਾਂ ਨੂੰ। ਅੱਗੋਂ ਉਹ ਵੀ ਪੂਰਾ ਸੀ, ਕਹਿੰਦਾ ਚੱਲ ਸ਼ਿਵ ਜੀ ਤੈਨੂੰ ਮੰਨਣ ਵਾਲੇ ਘਰ ਘਰ ਟੱਲੀਆਂ ਵਜਾਣਗੇ। ਹਾਂ ਉਹ ਉੱਤੇ ਮੋਰ ਪੰਖ ਜਿਹੇ ਲਾਏ ਹੁੰਦੇ ਨੇ ਉਹਨੇ,
ਤੇ ਟੱਲੀ ਵਜਾ ਰਹੇ ਨੇ, ਸਾਡੇ ਜੋ ਪਾਉਣਾ ਸੀ ਟੱਲੀ 'ਚ, ਉਦੋਂ ਦਾ ਸਰਾਪ ਦੋਨਾਂ ਨੂੰ ਮਿਲਿਆ ਹੋਇਆ। ਬਸ ਇਹੀ ਹਾਲ ਹੈ। ਅਤੇ ਮੈਂ ਕਿਹਾ ਸੀ ਤੁਸੀਂ ਆ ਜਾਣਾ ਮੇਰੇ ਕੋਲ ਅਰਦਾਸ ਕਰ, ਬਾਬਾ ਸਾਡੀ ਆਮਦਨ 'ਚ ਵਾਧਾ, ਤੁਹਾਨੂੰ ਸਾਰੇ ਦਾ ਸਰਾਪ ਦਿੰਦੇ ਨੇ। ਤੁਸੀਂ ਕਿਸੇ ਤੋਂ ਅਸੀਸ ਲਈ ਹੈ? ਕਿਸੇ ਦਾ ਤੁਸੀਂ ਵੇਲੇ ਸਿਰ ਜਾ ਕੇ ਕੰਮ ਕੀਤਾ? ਪੈਸੇ ਲੈਣੇ ਹੀ ਨਹੀਂ। ਤੁਸੀਂ ਸਾਫ਼ ਕਹੋ ਜੀ ਵੀ ਮੈਂ ਨਾ ਇੰਨੇ ਵਜੇ ਕੱਲ੍ਹ ਨੂੰ ਜਾਂ ਪਰਸੋਂ ਆਵਾਂਗਾ। ਅਗਲਾ ਆਰਾਮ ਨਾਲ ਬੈਠਾ ਰਹੇ। ਤੂੰ ਆਇਆ ਜੀ, ਬਸ ਆਇਆ ਜੀ। ਉਹ ਸਾਡਾ ਸੁਰਿੰਦਰ ਸਿੰਘ ਸੁਣ ਰਿਹਾ ਜੇ ਸੁਣਦਾ, ਕੋਈ ਕੰਮ ਸੀ, ਮੈਂ ਬਈ ਛੇਤੀ ਆ ਜਰਾ ਹੈ। ਕਹਿੰਦਾ ਮੈਂ ਰਾਹ 'ਚ ਹੀ ਹਾਂ, ਝਿੱਲ ਤਾਂ ਆਉਣਾ ਸੀ, ਰਾਹ 2.5 ਦਿਨਾਂ ਬਾਅਦ ਆਇਆ। ਦੱਸ 2.5 ਦਿਨਾਂ ਬਾਅਦ ਆ, ਕਹਿੰਦਾ ਮੈਂ ਰਾਹ 'ਚ ਹੀ। ਸ਼ਰਾਬ ਮੈਂ ਤੁਹਾਨੂੰ ਅਸੀਸ ਤਾਂ ਕੋਈ ਦਿੰਦੇ ਨਹੀਂ, ਵਾਧਾ ਕਿ ਤੁਹਾਡਾ ਸੁਆਹ ਹੋਵੇ। ਤੁਸੀਂ ਰੱਜ ਕੇ ਕਿੱਥੋਂ ਖਾਓਗੇ? ਕਿਹਦਾ ਤੁਸੀਂ ਵੇਲੇ ਸੇ ਤੁਹਾਡੇ ਦੁਰ ਸੀਸਾ ਲੋਕ ਦਿੰਦੇ ਰਹਿੰਦੇ ਨੇ। ਇਸ ਲਈ ਤੁਹਾਡਾ ਨਹੀਂ, ਤੁਹਾਡੇ 'ਤੇ ਇਹੀ ਹਾਲ ਰਹਿਣਾ। ਜਾਂ ਤੁਸੀਂ ਵਾਅਦੇ ਦੇ ਪੱਕੇ ਹੋ ਜਾਓ, ਕੋਈ ਅਗਲਾ ਅਸੀਸ ਦੇਵੇਗਾ, ਭਾਈ ਹਾਂ ਸਾਡਾ ਜਿਹੜਾ ਮਿਸਤਰੀ ਬੜਾ ਚੰਗਾ, ਜਦ ਸੱਦਿਆ ਉਹਨੇ ਟਾਈਮ 'ਤੇ ਆ ਗਿਆ। ਵੇਲੇ ਬਸ ਉਹਨਾਂ ਦਾ ਕੀ ਕਸੂਰ ਹੈ? ਉਹ ਵੀ ਹੱਸ ਛੱਡਦੇ ਨੇ, ਹਾਂ ਸਾਨੂੰ ਤਾਂ ਸਰਾਪ ਮਿਲਿਆ ਹੋਇਆ ਵੀ ਤੁਸੀਂ ਲਾਰੇ ਲਾਵੋਗੇ। ਸੋ ਗੁਰੂ ਮਹਾਰਾਜ ਕਹਿੰਦੇ ਇਹ ਗਣ ਸ਼ਿਵ ਦੀ ਜੇ ਸੇਵਕਾਂ ਨੂੰ ਕਹਿੰਦੇ ਨੇ। ਗੰਧਰਵ ਸਵਰਗ ਦੇ ਗਵਈਏ, ਜਿਹੜੇ ਸਵਰਗ ਦੇ ਗਵਈਏ ਨੇ ਉਹਨਾਂ ਨੂੰ ਗੰਧਰਵ ਕਹਿੰਦੇ। ਕਈ ਆਪਣੇ ਕੀਰਤਨੀਏ ਮਰਨ ਤੋਂ ਬਾਅਦ ਨਾ ਉੱਥੇ ਗੰਧਰਵ ਬਣ ਜਾਂਦੇ ਨੇ। ਉੱਥੇ ਜਿਵੇਂ ਮੈਂ ਬੈਠਾ ਸੀ ਸੰਤ ਸੁਖਦੇਵ ਸਿੰਘ ਜੀ ਕੋਲ, ਅਤੇ ਇੱਕ ਬੰਦਾ ਆ ਗਿਆ, ਕਹਿ ਜੀ ਉਹ ਫਲਾਣੇ ਜਿਹੜੇ ਡੇਰੇ ਦਾ ਕੀਰਤਨੀਆ ਸੀ ਜੀ, ਉਹ ਸਵਰਗ ਸੁਧਾਰ ਗਿਆ ਹੈ। ਉਹ ਅੱਖਾਂ ਬੰਦ ਕੀਤੀਆਂ, ਕਹਿੰਦੇ ਉਹ ਭਾਈ, ਕਹਿੰਦੇ ਉਹ ਤਾਂ ਗੰਧਰਵ ਬਣ ਗਿਆ, ਉਹ ਸਵਰਗ ਦੇ ਵਿੱਚ ਨਾ ਕੀਰਤਨ ਕਰਦਾ ਗਵਈਆ ਹੈ ਸਵਰਗ ਦਾ। ਹਾਂਜੀ, ਸੋ ਇਹ ਇੱਥੇ ਕੀਰਤਨ ਕਰਨ ਵਾਲੇ ਚਲੋ ਮੁਕਤੀ ਤਾਂ ਨਾ ਮਿਲੀ, ਪਰ ਚਲੋ ਵਧੀਆ, ਫਿਰ ਵਧੀਆ ਥਾਂ 'ਤੇ ਚਲੇ ਗਏ। ਗੰਧਰਵ ਹੁੰਦੇ ਨੇ ਸਵਰਗ ਦੇ ਗਵਈਏ। ਮੋਨ ਜਨ ਰਿਸ਼ੀ ਮੁਨੀ ਸ਼ੇਖ, ਇਹ ਪਦਵੀ ਜੇ ਬ੍ਰਾਹਮਣ ਖੱਤਰੀ ਵੈਸ਼ ਇਸ ਤਰ੍ਹਾਂ ਨਾ, ਇਹਨਾਂ ਮੁਸਲਮਾਨਾਂ 'ਚ ਇੱਕ ਪਦਵੀ ਹੈ। ਇਹ ਸ਼ੇਖ ਆਪਣੇ ਆਪ ਨੂੰ ਉੱਚਾ ਗਿਣਦੇ ਨੇ, ਸੈਯਦ ਆਪਣੇ ਆਪ ਨੂੰ ਸਭ ਤੋਂ ਉੱਚਾ ਗਿਣਦੇ ਨੇ, ਕਿਉਂਕਿ ਜਿਹੜੇ ਮੁਹੰਮਦ ਸਾਹਿਬ ਸਨ ਉਹ ਸੈਯਦ ਸਨ। ਮੁਸਲਮਾਨਾਂ 'ਚ ਵੀ ਇੱਕ ਗੋਤ ਹੈ ਸੈਯਦ, ਉਹਨਾਂ ਮੁਸਲਮਾਨਾਂ 'ਚ ਸਭ ਤੋਂ ਉੱਚਾ ਉਹਨਾਂ ਨੂੰ ਗਿਣਦੇ ਨੇ। ਇਸ ਤਰ੍ਹਾਂ ਸ਼ੇਖ ਨੇ, ਪੀਰ ਨੇ। ਸਲਾਰ ਹੁੰਦਾ ਸੈਨਾਪਤੀ, ਸਲਾਰ ਸੈਨਾਪਤੀ ਨੂੰ ਕਹਿੰਦੇ ਨੇ। ਇਹ ਸਾਰੇ ਫਾਰਸੀ ਦੇ ਸ਼ਬਦ ਨੇ। ਸੁਰ ਦੇਵਤੇ ਇਹ ਹਿੰਦੀ ਦਾ ਸ਼ਬਦ ਹੈ, ਸਿੱਧ ਵੀ ਹਿੰਦੀ ਦਾ ਸ਼ਬਦ ਹੈ, ਗਣ ਵੀ ਹਿੰਦੀ ਦਾ ਸ਼ਬਦ ਹੈ, ਗੰਧਰਵ ਵੀ ਹਿੰਦੀ ਦਾ ਸ਼ਬਦ ਹੈ, ਮੁਨ ਜੜ ਤੱਕ ਇੱਥੋਂ ਤੱਕ ਹਿੰਦੀ ਹੈ ਕਿ ਸ਼ੇਖ, ਪੀਰ ਅਤੇ ਸਲਾਰ ਇਹ ਤਿੰਨੋਂ ਫਾਰਸੀ ਦੇ ਸ਼ਬਦ ਹਨ। ਕਹਿੰਦੇ ਚਾਹੇ ਦੇਵਤੇ ਹੋਣ, ਚਾਹੇ ਸਿੱਧ ਪੁਰਸ਼ ਹੋਣ, ਚਾਹੇ ਸ਼ਿਵ ਜੀ ਦੇ ਸੇਵਕ ਹੋਣ, ਚਾਹੇ ਸਵਰਗ ਦੇ ਗਵਈਏ ਹੋਣ, ਚਾਹੇ ਰਿਸ਼ੀ ਮੁਨੀ ਹੋਣ, ਚਾਹੇ ਸ਼ੇਖ ਹੋਣ, ਚਾਹੇ ਪੀਰ ਹੋਣ, ਚਾਹੇ ਸੈਨਾਪਤੀ ਹੋਣ, ਦਰ ਕੂਚ ਕੂਚਾ ਕਰ ਗਏ। ਕੂਚ ਹੁੰਦਾ ਚੱਲ ਪੈਣਾ। ਅਜੀ ਫੌਜ ਕੂਚ ਕਰ ਗਈ ਹੈ, ਤੁਰ ਪਏ ਨੇ। ਦਰ ਕੂਚ ਕੂਚਾ ਕਰ ਗਏ, ਇਹ ਸੰਸਾਰ ਤੋਂ ਕੂਚ ਕਰ ਗਏ, ਸਭ ਚਲੇ ਗਏ ਇੱਥੇ। ਦਿਲ ਸਮਝ ਤੂੰ ਪੀ ਪਹੂਚ, ਹੈ ਦਿਲਾ ਤੂੰ ਵੀ ਸਮਝ ਲੈ, ਤੂੰ ਵੀ ਉੱਥੇ ਪਹੁੰਚੇ ਲੈ, ਤੂੰ ਵੀ ਇੱਥੇ ਬਹੁਤੀ ਦੇਰ ਨਹੀਂ ਰਹਿਣਾ। ਉਹ ਚਲੇ ਗਏ ਨੇ, ਉਹ ਕੂਚ ਕਰ ਗਏ ਨੇ। ਹੈ ਦਿਲਾ, ਹੈ ਮਨਾ, ਤੂੰ ਵੀ ਇੱਥੋਂ ਤੁਰ ਜਾਣਾ। ਹਾਂ, ਅਵਰੇ ਪੇ ਚੱਲਣ ਹਾਰ। ਉਹ ਤਾਂ ਕਦੇ ਕੂਚ ਕਰ ਗਏ ਅਤੇ ਦੂਜੇ ਚੱਲਣੀ ਵਾਲੇ ਨੇ। ਦੂਜਿਆਂ ਦੀ ਤਿਆਰੀ ਹੈ ਚੱਲਣ ਦੀ, ਉਹ ਚੱਲਣ ਹਾਰ ਨੇ, ਉਹਨਾਂ ਵੀ ਇੱਥੋਂ ਚਲੇ ਜਾਣਾ ਹੈ। ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੀ ਪਹੂਚ। ਸੁਲਤਾਨ ਵੱਡੇ ਰਾਜੇ ਨੂੰ ਕਹਿੰਦੇ ਨੇ। ਖਾਨ ਸਾਹਿਬ ਮੁਸਲਮਾਨਾਂ 'ਚ ਖਾਨ ਕਹਿੰਦੇ ਨੇ, ਆਦਰ ਮਾਣ ਲਈ। ਹਾਂਜੀ, ਮਲੂਕ ਵੀ ਰਾਜੇ ਨੂੰ ਕਹਿੰਦੇ ਨੇ, ਉਮਰੇ ਅਮੀਰ ਨੂੰ ਕਹਿੰਦੇ ਨੇ। ਇਹ ਫਾਰਸੀ ਦੇ ਸ਼ਬਦ ਨੇ। ਸੁਲਤਾਨ, ਖਾਨ, ਮਲੂਕ, ਉਮਰੇ ਇਹ ਫਾਰਸੀ ਦੇ ਨੇ। ਕੂਚ ਸ਼ਬਦ ਵੀ ਫਾਰਸੀ ਦੇ ਸ਼ਬਦ। ਵੀ ਵੱਡੇ ਵੱਡੇ ਰਾਜੇ ਮਹਾਰਾਜੇ, ਖਾਨ, ਅਮੀਰ ਸਭ ਇੱਥੋਂ ਕੂਚ ਕਰ ਗਏ, ਸਮੇਂ 'ਤੇ ਸਾਰੇ ਸੰਸਾਰ ਤੋਂ ਚਲੇ ਗਏ।
ਘੜੀ ਮੋਹਤ ਕੇ ਚੱਲਣਾ। ਘੜੀ ਮੋਹਤ ਦੇ 2 ਘੜੀਆਂ, ਜਿਹਨੂੰ ਮਹੂਰਤ ਵੀ ਕਹਿੰਦੇ ਨੇ। ਮਹੂਰਤ ਇੱਕ ਘੜੀ 24.5 ਮਿੰਟ ਦੀ ਹੁੰਦੀ ਹੈ। 60 ਘੜੀਆਂ ਦਾ ਇੱਕ ਦਿਨ ਤੇ ਰਾਤ ਹੁੰਦੀ ਹੈ। 24.5 ਮਿੰਟ ਦੀ ਘੜੀ ਹੁੰਦੀ ਹੈ ਅਤੇ 2 ਘੜੀਆਂ ਦਾ ਮਹੂਰਤ 49 ਮਿੰਟ ਦਾ। ਉਹਨੇ ਸਮਝੋ ਕਈ ਜਿਹੜੇ ਪੰਡਤਾਂ ਕੋਲ ਜਾਂਦੇ ਨੇ ਵਿਆਹ ਸ਼ਾਦੀ ਦੇ ਮਹੂਰਤ ਕਢਾਉਣ ਲਈ, ਬਈ ਸ਼ੁਭ ਸਮਾਂ ਦੱਸੋ ਜੀ, ਅਸੀਂ ਕਦੋਂ ਇਹ ਫੇਰੇ ਕਰ ਲਈਏ ਲੜਕੀ ਦੇ। ਉਹ ਕਹਿੰਦੇ, ਮੰਨ ਲਓ ਉਹਨੇ ਕਹਿੰਦਾ 3 ਵਜੇ ਤੋਂ ਲੈ ਕੇ 3:50 ਤੱਕ, ਭਾਈ ਇਹ ਸ਼ੁਭ ਸਮਾਂ ਹੈ, ਇਹਦੇ ਵਿੱਚ ਤੁਸੀਂ ਇਹ ਕਾਰਜ ਸ਼ੁਰੂ ਕਰ ਲਓ, ਮੁੱਕੇ ਜਦੋਂ ਮਰਜ਼ੀ ਹੈ। ਉਹਨਾਂ ਦੇ ਅਨੁਸਾਰ ਅਤੇ ਉਂਝ ਮਹੂਰਤ ਦਾ ਅਰਥ ਹੈ ਮੋਹਤ, 2 ਘੜੀਆਂ। ਘੜੀ ਮੋਹਤ ਕੇ ਚੱਲਣ, ਘੜੀ 2 ਘੜੀਆਂ ਵੀ ਸੁਲਤਾਨ ਚਲੇ ਗਏ, ਖਾਨ ਚਲੇ ਗਏ, ਮਲੂਕ ਰਾਜੇ ਚਲੇ ਗਏ, ਉਮਰੇ ਅਮੀਰ ਚਲੇ ਗਏ, ਸਾਰੇ ਕੂਚ ਕਰ ਗਏ, ਸਭ ਆਪਣੀ ਵਾਰੀ ਵਾਰੀ ਚਲੇ ਗਏ। ਘੜੀ ਮੋਹਤ ਕੇ ਚੱਲਣਾ। ਦਿਲ ਹੇ ਦਿਲਾ ਤੂੰ ਵੀ ਘੜੀ 2 ਘੜੀ ਇੱਥੇ ਚੱਲ ਪੈਣ। ਦਿਲ ਸਮਝ ਤੂੰ ਪੀਪ ਹੋਈ, ਤੂੰ ਵੀ ਸਮਝ, ਤੂੰ ਵੀ ਇਹਨਾਂ ਕੋਲੇ ਪਹੁੰਚਣ ਹੀ ਵਾਲਾ ਹੈ। ਉਹ ਜਿੱਥੇ ਉਹ ਗਏ ਨਾ, ਕਿ ਤੈਂ ਵੀ ਉੱਥੇ ਜਾਣਾ, ਪਰ ਤੂੰ ਵੀ ਤੇ ਸਦਾ ਨਹੀਂ ਰਹਿਣਾ, ਸਮਝਾਇਆ ਮਨੁੱਖ ਨੂੰ। ਸੁਲਤਾਨ ਖਾਨ ਸ਼ਬਦਾਂ ਮਾਹੇ ਵਖਾਣੀਏ, ਵਿਰਲਾ ਤਾਂ ਬੂਝੈ ਕੋਏ। ਇਹਨੂੰ ਤੱਕ ਜਿਹੜਾ ਇਕੱਲਾ ਤੱਤਾ ਹੈ, ਇਹਨੂੰ ਤ ਪੜ੍ਹਨਾ, ਇਹਨੂੰ ਤਾਂ ਨਹੀਂ ਪੜ੍ਹਨਾ। ਤਾਂ ਉਦੋਂ ਪੜ੍ਹੇ ਜੇ ਤੱਤੇ ਨੂੰ ਕਰਨਾ ਹੋਵੇ, ਫਿਰ ਕਿਤੇ ਤਾ ਉਚਾਰਨ ਹੋਏਗਾ, ਕਿਤੇ ਉਹਦਾ ਉਚਾਰਨ ਤਾਂ ਹੋਏਗਾ। ਜੇ ਇਕੱਲਾ ਤੱਤਾ ਹੈ ਤਾਂ ਉਹਨੂੰ ਬੋਲਣਾ ਤ। ਸ਼ਬਦਾਂ ਮਾਹੇ ਵਖਾਣੀਏ, ਵਿਰਲਾ ਤਾਂ ਬੂਝੈ ਕੋਏ। ਨਾਨਕ ਵਖਾਣੇ ਬੇਨਤੀ, ਜਲ ਥਲ ਮਹੀਲ ਸੋਏ। ਸ਼ਬਦਾਂ ਮਾਹੇ ਵਖਾਣੀ, ਗੱਲੀ ਬਾਤੀ। ਸ਼ਬਦ ਮੈਂ ਗੱਲੀ ਬਾਤੀ, ਲੋਕ ਰੱਬ ਦੀਆਂ ਗੱਲਾਂ ਕਰਦੇ ਨੇ, ਰੱਬ ਸੱਚਖੰਡ ਰਹਿੰਦਾ ਜੇ, ਰੱਬ ਫਲਾਣੇ ਥਾਂ 'ਤੇ ਰਹਿੰਦਾ। ਗੱਲਾਂ ਬਾਤਾਂ ਨਾਲ ਕਹਿੰਦੇ ਰੱਬ ਦਾ ਵਰਣਨ ਕੀਤਾ ਜਾਂਦਾ। ਵਿਰਲਾ ਤਾਂ ਬੂਝੇ ਕੋਈ, ਪਰ ਸਮਝ ਕਿਸੇ ਵਿਰਲੇ ਟਾਵੇਂ ਨੂੰ ਹੈ, ਸਮਝ ਕਿਸੇ ਵਿਰਲੇ ਟਾਵੇਂ ਨੂੰ। ਬਾਕੀ ਤਾਂ ਗੱਲਾਂ ਬਾਤਾਂ ਕਰਦੇ ਨੇ ਰੱਬ ਬਾਰੇ। ਨਾਨਕ ਵਖਾਣੇ ਬੇਨਤੀ, ਜਲ ਥਲ ਮਹੀਲ ਸੋਏ। ਗੁਰੂ ਮਹਾਰਾਜ ਕਹਿੰਦੇ ਨੇ ਵੀ ਪਰਮਾਤਮਾ ਦਾ ਪਾਣੀ 'ਚ ਵੀ ਹੈ, ਥਲ ਧਰਤੀ 'ਤੇ ਵੀ ਹੈ, ਮਹੀਲ ਆਕਾਸ਼ ਵਿੱਚ ਵੀ ਹੈ। ਧਰਤੀ ਤੋਂ ਲੈ ਕੇ ਆਸਮਾਨ ਤੱਕ ਜਿਹੜਾ ਵਿੱਚ ਥਾਂ ਹੈ, ਇਹਨੂੰ ਇੰਗਲਿਸ਼ ਕਹਿੰਦੇ ਸਪੇਸ, ਇਹਨੂੰ ਗੁਰਬਾਣੀ ਲਿਖਿਆ ਮਹੀਲ। ਸੌਖਾ ਢੰਗ ਦੱਸਣ ਦਾ ਆਕਾਸ਼। ਵੀ ਪਰਮਾਤਮਾ ਧਰਤੀ 'ਤੇ ਵੀ ਹੈ, ਪਰਮਾਤਮਾ ਪਾਣੀ 'ਚ ਵੀ ਹੈ, ਪਰਮਾਤਮਾ ਖਾਲੀ ਥਾਂ ਜਿਹੜੀ ਆਕਾਸ਼ ਹੈ ਉਹਦੇ ਵਿੱਚ ਵੀ ਹੈ, ਮਹੀਲ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਅੱਲਾਹ, ਇਹਨੂੰ ਅੱਲਾਹੋ ਨਹੀਂ ਪੜ੍ਹ ਦੇਣਾ, ਇਹ ਹੈ ਅੱਲਾਹ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਪਹਿਲਾਂ ਫਾਰਸੀ ਦੇ ਸ਼ਬਦ ਨੇ, ਇਹ ਅਰਬੀ ਦਾ। ਆਪਾਂ ਕਹਿੰਦੇ ਪਰਮਾਤਮਾ, ਰੱਬ, ਇੰਗਲਿਸ਼ ਵਾਲੇ ਕਹਿੰਦੇ ਨੇ ਗੋਡ ਹੈ, ਮੁਸਲਮਾਨ ਕਹਿੰਦੇ ਨੇ ਅੱਲਾਹ। ਇਹ ਅੱਲਾਹ ਹੈਗਾ ਨਾਊਨ। ਜਦੋਂ ਕੋਈ ਸ਼ਬਦ ਨਾਊਨ ਹੋਵੇ, ਉਹਦੇ ਹਾਹੇ ਨੂੰ ਲੱਗਾ ਹੋਇਆ ਔਂਕੜ ਅਤੇ ਸਿਹਾਰੀ ਨਹੀਂ ਬੋਲਦੇ, ਇਸ ਲਈ ਹਾਹੇ ਨੂੰ ਔਂਕੜ ਨਹੀਂ ਬੋਲੇਗਾ। ਹਾਹੇ ਨੂੰ ਔਂਕੜ ਤੇ ਸਿਰਫ ਇਹ ਦੱਸ ਰਿਹਾ ਕਿ ਅੱਲਾਹ ਜਿਹੜਾ ਸ਼ਬਦ ਹੈ ਇੱਕ ਵਚਨ ਹੈ ਅਤੇ ਪੁਲਿੰਗ ਹੈ। ਇਹਨੂੰ ਅੱਲੋ ਨਹੀਂ ਪੜ੍ਹਨਾ, ਅਲਾਹੋ ਨਹੀਂ ਪੜ੍ਹ ਦੇਣਾ। ਜਿਵੇਂ ਅਲਖ ਹੈ, ਉਹਨੂੰ ਅਲਖੋ ਨਹੀਂ ਬੋਲਣਾ। ਕਿਉਂ? ਦੇਖੋ ਉਹ ਤਾਂ ਠੀਕ ਬੋਲਦੇ ਨੇ, ਅਲਖ ਤਾਂ ਲੋਕ ਠੀਕ ਬੋਲਦੇ ਨੇ, ਉਹਨੂੰ ਕੋਈ ਅੱਲੋ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਕੁਛ ਕਹਿੰਦਾ ਹੈ। ਉਹਦਾ ਕਾਰਨ ਹੈ ਕਿ ਜਿਹੜੇ ਪਾਠੀ ਨੇ, ਜਿਹੜੇ ਲੋਕ ਨੇ, ਉਹਨਾਂ ਨੂੰ ਸੰਸਕ੍ਰਿਤ ਅਤੇ ਫਾਰਸੀ ਇਹ ਕਿਸੇ ਵਿਰਲੇ ਟਾਵੇਂ ਨੂੰ ਆਉਂਦੀ ਹੈ। ਹਿੰਦੀ ਪੰਜਾਬੀ ਤਾਂ ਜੇ ਕਈਆਂ ਨੂੰ ਆਉਂਦੀ ਹੈ, ਹਿੰਦੀ ਵੀ ਬਹੁਤ ਘੱਟ ਨੂੰ ਆਉਂਦੀ ਹੈ। ਵੈਸੇ ਤਾਂ ਕੋਈ ਜਿਹੜਾ ਜ਼ੁਬਾਨ ਹੈ ਪੰਜਾਬੀ ਚੱਜ ਨਾਲ ਆਉਣੀ, ਇਹ ਵੀ ਕਿਸੇ ਵਿਰਲੇ ਟਾਵੇਂ ਨੂੰ ਆਉਂਦੀ ਹੈ। ਹਾਂ, ਪੰਜਾਬੀ ਚੱਜ ਨਾਲ ਆਉਣੀ, ਇਹ ਕਿਸੇ ਵਿਰਲੇ ਟਾਵੇਂ ਨੂੰ ਆਉਂਦੀ ਹੈ। ਹਿੰਦੀ ਗੁਰਬਾਣੀ ਨੂੰ ਸਹੀ ਉਹ ਪੜ੍ਹ ਸਕਦਾ ਜਿਹਨੂੰ ਪੰਜਾਬੀ 1, ਹਿੰਦੀ 2, ਸੰਸਕ੍ਰਿਤ 3, ਫਾਰਸੀ 4 ਅਤੇ ਬ੍ਰਜ ਭਾਸ਼ਾ,
ਜਿਹਨੂੰ 5 ਭਾਸ਼ਾਵਾਂ ਆਉਂਦੀਆਂ ਉਹ ਬਾਣੀ ਨੂੰ ਸ਼ੁੱਧ ਪੜ੍ਹ ਸਕਦਾ ਹੈ ਅਤੇ ਅੱਗੇ ਸਿਖਾ ਸਕਦਾ ਹੈ। ਜੇ ਉਹਨੇ ਨਹੀਂ ਪੜ੍ਹਿਆ ਤਾਂ ਵੱਡੇ ਵੱਡੇ ਕੀਰਤਨੀਏ, ਵੱਡੇ ਵੱਡੇ ਪਾਠੀ, ਵੱਡੇ ਵੱਡੇ ਕਥਾਕਾਰ ਅੱਲਾ ਨੂੰ ਅੱਲੋ ਕਹਿੰਦੇ, ਅੱਲੋ ਅਲਖ ਨਾ ਜਾਈ ਲਿਖਿਆ। ਸੁਣੋ, ਕਈ ਵਾਰ ਤੁਸੀਂ ਸੁਣਦੇ ਹੋ। ਕਿਉਂ? ਗਿਆਨ ਨਹੀਂ ਹੈ ਕਿ ਇਹ ਸ਼ਬਦ ਕਿਸ ਭਾਸ਼ਾ ਦਾ ਹੈ। ਜਦੋਂ ਪਤਾ ਹੋਏਗਾ ਵੀ ਇਹ ਤਾਂ ਅਰਬੀ ਫਾਰਸੀ ਦਾ, ਤਾਂ ਫਿਰ ਇਹ ਵੀ ਪਤਾ ਹੋਏਗਾ ਕਿ ਅਰਬੀ ਫਾਰਸੀ 'ਚ ਹਾਹੇ ਨੂੰ ਔਂਕੜ ਨਹੀਂ ਬੋਲਦਾ। ਇਹ ਤਾਂ ਗੁਰਬਾਣੀ ਦੇ ਨਿਯਮਾਂ ਅਨੁਸਾਰ ਹਾਹੇ ਨੂੰ ਔਂਕੜ ਗੁਰੂ ਮਹਾਰਾਜ ਨੇ ਲਾਇਆ। ਅਰਬੀ ਫਾਰਸੀ ਅੱਲਾ ਨੂੰ ਹਾਹੇ ਨੂੰ ਔਂਕੜ ਨਹੀਂ ਲੱਗਾ ਹੁੰਦਾ। ਅੱਲਾ ਅਲਖ, ਲੱਖ ਦਾ ਵਿਰੋਧੀ ਸ਼ਬਦ ਹੈ ਅਲਖ। ਲੱਖ ਹੁੰਦਾ ਦੇਖਣਾ, ਅਲਖ ਜਿਹੜਾ ਵਿਖਾਈ ਨਾ ਦੇਵੇ। ਅੱਲਾ ਅਲਖ ਅਗੰਮ, ਅਗੰਮ ਸੰਸਕ੍ਰਿਤ ਦਾ ਸ਼ਬਦ ਹੈ। ਆ ਇੱਥੇ ਬਿਲਕੁਲ ਸਪੈਲਿੰਗ ਠੀਕ ਲਿਖਣੇ, ਗਮ ਗੱਗੇ ਦੀ ਟਿੱਪੀ ਲਾਈ ਹੈ। ਗਮ ਦਾ ਮਤਲਬ ਹੈ ਪਹੁੰਚਣਾ। ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ ਪਰ ਰਹਿ ਰਾਹ ਜਾਂਦਾ, ਉਹਨੂੰ ਕਹਿੰਦੇ ਅਗਮਾ ਅਗਮਾ ਪਰ। ਹਾਂ, 99.99% ਪਾਠੀ ਕੀ ਤੁਰ ਕੇ ਅਗਮਾ ਅਗਮਾ ਪਰ ਨਹੀਂ, ਅਗੰਮਾ ਅਗੰਮ ਅਪਾਰਾ। ਉਹ ਦੋਨੋਂ ਸੰਸਕ੍ਰਿਤ ਦੇ ਸ਼ਬਦ ਨੇ। ਬਈ ਪਰਮਾਤਮਾ ਤੱਕ ਪਹੁੰਚਿਆ ਜਾ ਹੀ ਨਹੀਂ ਸਕਦਾ, ਉਹ ਅਗੰਮ ਹੈ। ਇਸ ਲਈ ਸੰਸਕ੍ਰਿਤ ਦੇ ਸ਼ਬਦ ਨੇ, ਇਹ ਹਿੰਦੀ ਪੰਜਾਬੀ ਜਾਂ ਹੋਰ ਦੇ ਨਹੀਂ ਹੈਗੇ। ਇਸ ਲਈ ਇਹਨੂੰ ਅਗੰਮ ਪੜ੍ਹਨਾ। ਅੱਲਾ ਅਲਖ ਅਗੰਮ ਕਾਦਰ, ਕਾਦਰ ਉਹਨੂੰ ਕਹਿੰਦੇ ਜਿਹੜਾ ਕੁਦਰਤ ਨੂੰ ਬਣਾਉਣ ਵਾਲਾ ਹੋਵੇ, ਜਿਹੜਾ ਇਸ ਸੰਸਾਰ ਨੂੰ ਬਣਾਉਂਦਾ, ਜਿਹੜਾ ਕੁਦਰਤ ਨੂੰ ਬਣਾਉਂਦਾ, ਉਹਨੂੰ ਫਾਰਸੀ ਕਹਿੰਦੇ ਨੇ ਕਾਦਰ। ਕਰਨਹਾਰ, ਕਰੀਮ, ਕਰੀਮ ਹੁੰਦੇ ਬਖਸ਼ਿਸ਼, ਕਰਮ ਤੋਂ ਬਣੇ, ਕਰਮ ਹੁੰਦੀ ਬਖਸ਼ਿਸ਼, ਕਰੀਮ ਹੁੰਦਾ ਬਖਸ਼ਿਸ਼ ਕਰਨ ਵਾਲਾ। ਸਭ ਦੁਨੀ ਆਵਨ ਜਾਵਨੀ, ਮੁਕਾਮ ਏਕ ਰਹੀਮ, ਰਹੀਮ ਰਹਿਮਤ ਤੋਂ ਬਣਿਆ। ਰਹਿਮ ਕਰੋ ਜੀ, ਮੇਰੇ 'ਤੇ ਤਰਸ ਕਰੋ। ਜਿਹੜਾ ਦੂਜਿਆਂ 'ਤੇ ਤਰਸ ਕਰੇ ਉਹਨੂੰ ਕਹਿੰਦੇ ਨੇ ਰਹੀਮ। ਜਿਹੜਾ ਦੂਜਿਆਂ 'ਤੇ ਬਖਸ਼ਿਸ਼ ਕਰੇ ਉਹਨੂੰ ਕਹਿੰਦੇ ਨੇ ਕਰੀਮ। ਜਿਹੜਾ ਸੰਸਾਰ ਦੀ ਰਚਨਾ ਕਰਦਾ ਉਹਨੂੰ ਕਹਿੰਦੇ ਨੇ ਕਾਦਰ। ਅਤੇ ਪਰਮਾਤਮਾ ਨੂੰ ਮੁਸਲਮਾਨ ਕਹਿੰਦੇ ਨੇ ਅੱਲਾਹ। ਜਿਹੜਾ ਅੱਲਾਹ ਹੈ, ਪਰਮਾਤਮਾ, ਉਹ ਅਲਖ ਹੈ, ਉਹ ਵਿਖਾਈ ਨਹੀਂ ਦਿੰਦਾ। ਅਗੰਮ, ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਕਾਦਰ, ਉਹ ਸਾਰੀ ਕੁਦਰਤ ਨੂੰ ਬਣਾਉਣ ਵਾਲਾ ਹੈ। ਕਰਨਹਾਰ, ਉਹ ਸਭ ਕੁਝ ਕਰਨ ਵਾਲਾ ਹੈ। ਕਰੀਮ, ਉਹ ਬਖਸ਼ਿਸ਼ ਕਰਨ ਵਾਲਾ ਹੈ। ਸਭ ਦੁਨੀ ਆਵਣ ਜਾਣਨੀ, ਸਾਰਾ ਸੰਸਾਰ ਆਉਣ ਜਾਣ ਵਾਲਾ ਹੈ। ਮੁਕਾਮ ਏਕ ਰਹੀਮ, ਬਸ ਅਸਲ ਪੱਕਾ ਟਿਕਾਣਾ ਉਹ ਹੈ ਜਿੱਥੇ ਰਹੀਮ ਪਰਮਾਤਮਾ ਰਹਿੰਦਾ ਹੈ। ਜਿੱਥੇ ਪਰਮਾਤਮਾ ਰਹਿੰਦਾ ਬਸ ਉਹ ਪੱਕਾ ਟਿਕਾਣਾ, ਉਹਨੇ ਸਦਾ ਰਹਿਣਾ। ਬਾਕੀ ਸਭ ਨੇ ਸੰਸਾਰ ਤੋਂ ਚਲੇ ਜਾਣਾ ਹੈ। ਸਦਾ ਰਹਿਣ ਵਾਲਾ ਤਾਂ ਪਰਮਾਤਮਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।